प्रवासी प्लस होम हैल्थ एंड हैप्पीनेस नाल जुड़ चुके सारे लिसनर्स दा मीनाक्षी वालों प्यार भरे नमस्कार तुहानू सब नू प्यार भरे नमस्कार सत श्री अकाल आदाब वेलकम करते हैं आज के प्रोग्राम दे विच मंगलवार का प्रोग्राम 25 मई का लैके तुहाडे वास्ते हाजिर हो चुके हैं बहुत सारी इन्फॉर्मेशन के नाल हमेशा वक्कन ही और हमेशा वक्कन असीं प्रोग्राम की शुरुआत करन जा रहे हैं एक बड़े ही प्यारे शब्द दे नाल पंजाबी बाजार 115 फादर टोबन रोड ब्रैम्पटन विच भारती ग्रोसरी दा भंडार इंडियन पंजाबी बाजार जिथे ताज़े फल ते सब्जियां दालां मसाले ते आटा गल की तुहाडी ग्रोसरी ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ At Atlantic Immigration, we have over 50. ਜਿਹੜਾ ਹੈ ਤਾਪਮਾਨ ਹੈਗਾ और ਅੱਜ मैक्सिमम ਜਿਹੜਾ है 30 तक जाना है तकरीबन इस तरह ही बदलवाई रहेगी और कल नू 20 डिग्री हाई होएगा और लो जाएगा कल नू 11 डिग्री कल धुप निकलेगी हालांकि थोड़ी बहुत पर बारिश के पूरे चांसेस कल दे बने हुए ने और फिर शुक्रवार और वीरवार और शुक्रवार देखे जाए तो शुक्रवार नू ਜਿਹੜਾ है दोबारा 11 डिग्री आना है जबकि परसों ਵੀਰਵਾਰ ਨੂੰ ਜਿਹੜਾ ਹੈ 18 ਡਿਗਰੀ ਹਾਈ ਹੋਏਗਾ ਸ਼ਨੀਵਾਰ ਜਿਹੜਾ ਹੈ 17-19 ਡਿਗਰੀ ਤੱਕ ਰਹੇਗਾ ਤੇ ਟੈਂਪਰੇਚਰ ਜਿਹੜੇ ਨੇ ਥੋੜੇ ਇਸ ਵੇਲੇ ਘਟੇ ਹੋਏ ਹੈਗੇ ਆ ਹਾਲਾਂਕਿ ਇਹਨਾਂ ਦਿਨਾਂ ਵਿੱਚ ਆਮ ਤੌਰ ਤੇ ਜਿਹੜਾ ਹੈ 21 ਡਿਗਰੀ ਜਿਹੜਾ ਹੈ ਤਾਪਮਾਨ ਉਹ ਨਾਰਮਲ ਆਂਦਾ ਹੈ ਜਿਹੜਾ ਹੈ ਪਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਹੈ ਕਿ 11 ਡਿਗਰੀ ਵੀ ਹਾਈ ਜਿਹੜਾ ਤਾਪਮਾਨ ਥੋੜੇ ਦਿਨਾਂ ਦੇ ਵਿੱਚ ਆਉਣ ਵਾਲਾ ਹੈ ਵੀਰਵਾਰ ਨੂੰ ਖਾਸ ਕਰਕੇ ਤੇ ਇਸ ਕਰਕੇ ਜਿਹੜਾ ਹੈ बहुत ज़्यादा वेरिएशन टेंपरेचर ਦੇ ਵਿੱਚ ਇਸ ਵੇਲੇ ਹੋ ਰਹੀ ਹੈ ਫਿਲਹਾਲ 25 ਡਿਗਰੀ ਅੱਜ ਦਾ ਮੈਕਸਿਮਮ ਜਾਏਗਾ 30 ਤੱਕ ਜ਼ਿਆਦਾਤਰ ਸਾਰਾ ਦਿਨ ਜਿਹੜੇ ਨੇ ਬੱਦਲ ਬਣੇ ਰਹਿਣਗੇ ਮੌਸਮ ਦੀ At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202 ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ ਅਪੀਲ ਕਰਨਾ ਤੁਹਾਡਾ ਹੱਕ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर फ्री कंसल्टेशन at 9053620202 अपने घर के खाने में कुछ अलग ही बात होती है कोविड ਦੇ ਅੱਜ ਆਏ ਹੈਗੇ ਆ 1039 ਕੇਸਿਸ ਜਿਹੜੇ ਆਏ ਹੈ ਔਰ 33 ਮੌਤਾਂ ਹੋਈਆਂ ਨੇ ਔਰ ਲਗਾਤਾਰ ਕੇਸਿਸ ਥੋੜੇ ਕਰਕੇ ਜਿਹੜੇ ਹੈ ਘਟਦੇ ਜਾ ਰਹੇ ਨੇ 6 ਮਾਰਚ ਨੂੰ ਜਿਹੜੇ ਘੱਟ ਕੇਸਿਸ ਆਏ ਸੀ ਕਿ 990 ਕੇਸਿਸ 6 ਮਾਰਚ ਨੂੰ ਰਿਪੋਰਟ ਹੋਏ ਸੀ ਕਿ ਉਸ ਤੋਂ ਬਾਅਦ ਹੁਣ ਅੱਜ ਜਿਹੜੇ 1039 ਕੇਸਿਸ ਰਿਪੋਰਟ ਹੋਏ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ 16897 ਟੈਸਟ ਕੀਤੇ ਗਏ ਨੇ ਔਰ ਪੋਜ਼ਿਟਿਵਿਟੀ ਰੇਟ ਜਿਹੜਾ ਹੈਗਾ ਹੈ ਉਹ ਪਹੁੰਚ ਗਿਆ ਹੁਣ 6.4% ਤੱਕ ਤੇ ਟੈਸਟ ਥੋੜੇ ਜਿਹੇ ਘੱਟ ਕੀਤੇ ਗਏ ਨੇ ਜਦਕਿ 7 ਡੇ ਐਵਰੇਜ ਦੇਖਿਆ ਜਾਏ ਤੇ 35240 ਟੈਸਟ ਜਿਹੜੇ ਹੈ ਉਹ ਕੀਤੇ ਗਏ ਹੈਗੇ ਔਰ ਪ੍ਰੋਵਿੰਸ ਦਾ ਪੋਜ਼ਿਟਿਵਿਟੀ ਰੇਟ ਜਿਸ ਅਸੀਂ ਤੁਹਾਨੂੰ ਦੱਸਿਆ ਕਿ ਘਟ ਗਿਆ ਹੈ 6.4% ਤੱਕ ਪੋਜ਼ਿਟਿਵਿਟੀ ਰੇਟ ਆ ਗਿਆ ਹੈ ਔਰ ਕੇਸਿਸ ਜਿਹੜੇ ਨੇ ਰਿਪੋਰਟ ਹੋ ਰਹੇ ਨੇ ਜਿਹੜੀਆਂ ਮੌਤਾਂ ਦੀ ਗਿਣਤੀ ਹੋ ਰਹੀ ਹੈ ਔਰ 1446 ਨਵੇਂ ਕੇਸਿਸ ਜਿਹੜੇ ਨੇ ਮੰਡੇ ਨੂੰ ਰਿਪੋਰਟ ਹੋਏ ਸੀਗੇ ਜਿਸ ਦੇ ਵਿੱਚ ਕਿ 8 ਮੌਤਾਂ ਹੋਈਆਂ ਸੀਗੀਆਂ ਔਰ ਇਹ ਰਿਪੋਰਟਸ ਜਿਹੜੀਆਂ ਨਹੀਂ ਪਬਲਿਕ ਕੀਤੀਆਂ ਜਾ ਸਕੀਆਂ ਕਿਉਂਕਿ ਵਿਕਟੋਰੀਆ ਡੇ ਦਾ ਹੌਲੀਡੇ ਸੀਗਾ ਤੇ ਕੱਲ ਤੇ ਨਾਲੋਂ ਵੀ ਅੱਜ ਜਿਹੜੇ ਹੈ ਕੇਸਿਸ ਘਟੇ ਹੈਗੇ ਆ ਹਾਲਾਂਕਿ ਮੌਤਾਂ ਦੀ ਗਿਣਤੀ ਅੱਜ ਕਾਫੀ ਵਧੀ ਹੈ ਕੱਲ ਨਾਲੋਂ ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਜੇ ਦੇਖਿਆ ਜਾਏ ਤੇ ਟ੍ਰੈਂਡ ਜਿਹੜਾ ਹੈ ਕੇਸਿਸ ਦਾ ਡਾਊਨਵਰਡ ਚੱਲ ਰਿਹਾ ਹੈ ਲੈਬ ਕਨਫਰਮਡ ਜਿਹੜੇ ਨੇ 1034 ਕੇਸਿਸ ਜਿਹੜੇ ਨੇ ਉਹ ਵੇਰੀਐਂਟਸ ਤੇ ਆਏ ਨੇ ਜਿਨ੍ਹਾਂ ਦੇ ਵਿੱਚੋਂ 985 ਕੇਸਿਸ ਜਿਹੜੇ ਹੈ B117 ਜਿਹੜਾ ਡੋਮੀਨੈਂਟ ਵੇਰੀਐਂਟ ਹੈ ਉਸ ਤੇ ਆਏ ਹੈਗੇ 4100 ਹੋਰ ਲੋਕ ਜਿਹੜੇ ਨੇ ਪਿਛਲੇ 24 ਘੰਟਿਆਂ ਦੇ ਵਿੱਚ ਰਿਕਵਰ ਕਰ ਗਏ ਨੇ ਜਿਸ ਕਰਕੇ ਐਕਟਿਵ ਕੇਸਿਸ ਦੀ ਗਿਣਤੀ ਪ੍ਰੋਵਿੰਸ ਦੇ ਵਿੱਚ ਹੁਣ ਪਹੁੰਚ ਗਈ ਹੈ 19026 ਤੱਕ ਔਰ ਡੈਥ ਕਾਊਂਟ ਦੇਖਿਆ ਜਾਏ ਤੇ ਜਿਹੜੀਆਂ ਵੀ ਵਾਇਰਸ ਰਿਲੇਟਡ ਡੈਥਸ ਹੋਈਆਂ ਨੇ ਉਸ ਦੇ ਵਿੱਚ ਦੇਖਿਆ ਗਿਆ ਹੈ ਕਿ 6 ਮੌਤਾਂ ਜਿਹੜੀਆਂ ਹੋਈਆਂ ਨੇ 40 ਤੋਂ ਲੈ ਕੇ 59 ਸਾਲ ਦੀ ਉਮਰ ਦੇ ਵਿੱਚ 18 ਮੌਤਾਂ ਹੋਈਆਂ ਨੇ 60 ਤੋਂ 79 ਸਾਲ ਦੀ ਉਮਰ ਦੇ ਵਿੱਚ ਔਰ 9 ਮੌਤਾਂ ਹੋਈਆਂ ਨੇ 80 ਤੋਂ ਉੱਪਰ ਦੇ ਲੋਕਾਂ ਦੇ ਵਿੱਚ ਹੁਣ ਤੱਕ ਜਿਹੜਾ ਡੈਥ ਟੋਲ ਹੈ ਓਨਟਾਰੀਓ ਦਾ ਪਹੁੰਚ ਗਿਆ ਹੈ 8655 ਤੱਕ ਔਰ ਕੇਸਿਸ ਦੇਖੇ ਜਾਣ ਤੇ 325 ਕੇਸਿਸ ਆਏ ਨੇ ਪੀਲ ਦੇ ਵਿੱਚ
325 ਕੇਸਿਸ ਜਿਹੜੇ ਹੈ ਉਹ ਰਿਪੋਰਟ ਕੀਤੇ ਗਏ ਨੇ। ਟੋਰਾਂਟੋ ਦੇ ਵਿੱਚ 231 ਆਏ ਨੇ, ਪੀਲ ਦੇ ਵਿੱਚ 77, ਯਾਰਕ ਦੇ ਵਿੱਚ 60, ਡਰਹਮ ਦੇ ਵਿੱਚ ਤੇ 38 ਕੇਸਿਸ ਆਏ ਨੇ ਹਾਲਟਨ ਰੀਜਨ ਦੇ ਵਿੱਚ। ਜਿਹੜੇ ਹਸਪੀਟਲ ਦੇ ਵਿੱਚ ਵੀ ਪੇਸ਼ੈਂਟਸ ਦੀ ਗਿਣਤੀ ਥੋੜੀ ਜਿੰਨੀ ਵਧੀ ਹੈਗੀ ਹੈ। ਇਸ ਵੇਲੇ 1025 ਲੋਕ ਜਿਹੜੇ ਹਸਪੀਟਲ ਦੇ ਵਿੱਚ ਆਪਣੀ ਟ੍ਰੀਟਮੈਂਟ ਕਰਾ ਰਹੇ ਨੇ, ਜਿਹੜੇ ਕਿ ਕੱਲ ਤੱਕ 983 ਸੀਗੇ, ਔਰ 692 ਲੋਕ ਜਿਹੜੇ ਨੇ ਉਹ ਇੰਟੈਂਸਿਵ ਕੇਅਰ ਦੇ ਵਿੱਚ ਹੈਗੇ, ਜਿਹੜੇ ਕਿ ਕੱਲ ਤੱਕ 687 ਸੀਗੇ। 498 ਲੋਕ ਵੈਂਟੀਲੇਟਰ ਦੀ ਮਦਦ ਦੇ ਨਾਲ ਆਪਣੀ ਜਿਹੜਾ ਹੈ ਟ੍ਰੀਟਮੈਂਟ ਕਰਾ ਰਹੇ ਨੇ। ਔਰ ਡੇਟਾ ਜੇ ਦੇਖਿਆ ਜਾਏ ਤੇ 5,24,950 ਲੈਬ ਕਨਫਰਮਡ ਕੋਰੋਨਾ ਵਾਇਰਸ ਦੇ ਕੇਸਿਸ ਜਿਹੜੇ ਨੇ ਹੁਣ ਤੱਕ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 4,97,269 ਰਿਕਵਰ ਕਰ ਚੁੱਕੇ ਨੇ ਜਦੋਂ ਤੋਂ ਇਹ ਕੋਰੋਨਾ ਵਾਇਰਸ ਦਾ 20 ਜਨਵਰੀ ਤੋਂ ਸ਼ੁਰੂਆਤ ਹੋਈ ਹੈ। ਔਰ 8.2 ਮਿਲੀਅਨ ਡੋਜ਼ਸ ਕੋਵਿਡ-19 ਦੀ ਵੈਕਸੀਨ ਦੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ ਪੂਰੀ ਪ੍ਰੋਵਿੰਸ ਦੇ ਵਿੱਚ ਦਸੰਬਰ ਤੋਂ ਆਨਵਰਡਸ। ਔਰ ਕੱਲ ਦੇ ਵਿੱਚ 86,927 ਇੰਜੈਕਸ਼ਨ ਜਿਹੜੇ ਨੇ ਲਗਾਏ ਗਏ ਸੀਗੇ। ਔਰ ਹੁਣ ਤੱਕ ਜਿਹੜੇ ਲੋਕੀ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਨੇ ਪ੍ਰੋਵਿੰਸ ਦੇ ਵਿੱਚ, ਉਹਨਾਂ ਦੀ ਗਿਣਤੀ ਪਹੁੰਚ ਗਈ ਹੈ 5,44,288 ਤੱਕ। 2 ਡੋਜ਼ਸ ਜਿਹੜੀਆਂ ਨੇ ਅਪਰੂਵਡ ਜਿਹੜੀਆਂ ਹੈਗੀਆਂ ਵੈਕਸੀਨ ਵਾਸਤੇ, ਜਿਹੜਾ ਫੁੱਲ ਕੋਰਸ ਜਿਨ੍ਹਾਂ ਦਾ ਹੋ ਚੁੱਕਾ ਹੈ। ਇਹ ਵੀ ਸੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਔਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਅਸੀਂ ਕਰਦੇ ਰਹਾਂਗੇ ਸਾਂਝੀ। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। New Smile Denture Clinic ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडेड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा। ब्रेकिंग न्यूज़ दईए जी कि CBI दे नਵੇਂ डायरैक्टर लगा दिते गए है मिस्टर सुबोध कुमार जायसवाल, ਜਿਹੜੇ ਕਿ ਮਹਾਰਾਸ਼ਟਰ ਕੈਡਰ ਤੋਂ ਹਨ ਔਰ ਇਸ ਵੇਲੇ CISF ਉਹਦੇ ਇਹ ਡਾਇਰੈਕਟਰ ਜਨਰਲ ਹਨ। ਉਹਨਾਂ ਨੂੰ ਚੁਣਿਆ ਗਿਆ ਹੈ CBI ਦਾ ਅਗਲਾ ਮੁਖੀ। ਤਾਂ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਇਹ ਮੌਜੂਦਾ ਇਸ ਵੇਲੇ ਡਾਇਰੈਕਟਰ ਜਨਰਲ ਹਨ। 1986 ਬੈਚ ਦੇ ਹਨ, 1985 ਬੈਚ ਦੇ ਹਨ ਮਿਸਟਰ ਜਾਇਸਵਾਲ। ਤਾਂ ਬੜੀ ਵੱਡੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੇਗੀ CBI ਦੇ ਡਾਇਰੈਕਟਰ ਹੋਣ ਦੀ। ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਔਰ ਇਹਦੇ ਨਾਲ ਲੀਡਰ ਆਫ ਦਾ ਆਪੋਜੀਸ਼ਨ ਕਾਂਗਰਸ ਦੇ ਜਿਹੜੇ ਅਧੀਰ ਰੰਜਨ ਚੌਧਰੀ ਹੈ, ਇਹ ਤਿੰਨਾਂ ਨੇ ਮਿਲ ਕੇ ਇਹ ਫੈਸਲਾ ਕਰਨਾ ਸੀ ਹਾਈ ਪਾਵਰਡ ਕਮੇਟੀ। ਲੇਕਿਨ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸ਼ਾਰਟ ਲਿਸਟ ਕੀਤਾ ਗਿਆ ਬਹੁਤੇ ਸਾਰੇ ਕੈਂਡੀਡੇਟਸ ਨੂੰ, ਉਹ ਬਹੁਤ ਹੀ ਘਪਲੇ ਵਾਲਾ ਕੰਮ ਸੀ। ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ। तो लओ नवा भारत का CBI डायरैक्टर नियुक्त हो गया है। और उधर गूगल और यूट्यूब का कहना है कि ਜਿਹੜੇ ਨਵੇਂ ਕਾਨੂੰਨ ਭਾਰਤ ਸਰਕਾਰ ਵੱਲੋਂ ਬਣਾਏ ਗਏ ਹੈ ਡਿਜੀਟਲ ਮੀਡੀਆ ਵਾਸਤੇ, ਅਸੀਂ ਉਹਨਾਂ ਨੂੰ ਫੋਲੋ ਕਰਾਂਗੇ। YouTube ਔਰ ਗੂਗਲ ਇੱਕੋ ਹੀ ਮੈਨੇਜਮੈਂਟ ਦੇ ਥੱਲੇ ਤੁਹਾਨੂੰ ਪਤਾ ਆਉਂਦੇ ਆ, ਗੂਗਲ ਦਾ ਹੀ ਹੁਣ ਪ੍ਰੋਪਰਟੀ ਹੈ YouTube ਵੀ। ਲੇਕਿਨ ਉਧਰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉਹਨਾਂ ਨੇ ਹਜੇ ਕੋਈ ਗੱਲ ਨਹੀਂ ਕਹੀ। तो हो सकता है भारत सरकार उन्होंने बैन कर देवे फिलहाल भारत दे विच, जब तक कि वो भारत के रूल नूं कंपलाई नहीं करते। तो भारत दे विच लोग तुहानूं पता बड़ी वड्डी गिनती विच हर वेले ट्विटर ते फेसबुक ते रहिंदे आ। तो जे ये सर्विस भारत च बंद हो गई तो बड़ा वड्डा इशू बनेगा। और एक तीजी खबर भारत की होर सुना दईए कि मोडरना ते फाइजर ये दोनों जिहड़ियां कंपनियां हैं अगले साल इन्हां दे वैक्सीन भारत दे विच लोकां नूं मिलणगे।
ਕਿਉਂਕਿ ਭਾਰਤ ਨੇ ਨਾਲ ਐਗਰੀਮੈਂਟ ਸਾਈਨ ਨਹੀਂ ਸੀ ਕੀਤਾ। ਭਾਰਤ ਪਿਛੜ ਗਿਆ ਸੀ ਬਾਕੀ ਮੁਲਕਾਂ ਦੇ ਮੁਕਾਬਲੇ, ਔਰ ਇਸ ਕਰਕੇ ਹੁਣ ਭਾਰਤ ਨੂੰ ਇਮੀਡੀਏਟਲੀ ਵੈਕਸੀਨ ਨਹੀਂ ਮਿਲਣਗੇ ਮੋਡਰਨਾ ਔਰ ਫਾਈਜ਼ਰ ਦੇ। ਪਰ ਚੰਗੀ ਖਬਰ ਇਹ ਆ ਰਹੀ ਹੈ ਜੀ ਕਿ ਹੌਲੀ ਹੌਲੀ ਅਪਰੂਵਲ ਮਿਲ ਰਹੀ ਹੈ ਔਰ ਬੜੀ ਜਲਦੀ ਭਾਰਤ ਦੇ ਵਿੱਚ ਮੋਡਰਨਾ ਔਰ ਫਾਈਜ਼ਰ ਦੇ ਵੈਕਸੀਨ ਵੀ ਲੱਗਣੇ ਸ਼ੁਰੂ ਹੋ ਸਕਦੇ ਆ। ਲੇਕਿਨ ਇਸ ਨੂੰ ਕਮ ਸੇ ਕਮ 4-6 ਮਹੀਨੇ ਦਾ ਸਮਾਂ ਅਜੇ ਹੋਰ ਲੱਗ ਸਕਦਾ ਹੈ। ਜੀ ਹੈ, ਔਰ ਮੋਡਰਨਾ ਨੇ ਅਨਾਉਂਸ ਕਰ ਦਿੱਤਾ ਹੈ ਅੱਜ ਕਿ ਜਿਹੜੇ ਉਹਨਾਂ ਦੀ ਵੈਕਸੀਨ ਹੈਗੀ ਹੈ ਉਹ ਪ੍ਰੋਟੈਕਟ ਕਰ ਸਕਦੀ ਹੈ 12 ਸਾਲ ਤੱਕ ਦੇ ਬੱਚਿਆਂ ਨੂੰ ਹੀ, 12 ਸਾਲ ਤੋਂ ਉੱਪਰ ਜਿਹੜੀ ਹੈ ਉਸ ਨੂੰ ਸੇਫ ਹੁਣ ਕਿਹਾ ਜਾ ਰਿਹਾ ਹੈ। ਔਰ ਸੈਕੰਡ ਆਪਸ਼ਨ ਹੋ ਜਾਏਗੀ ਹੈ ਫਾਈਜ਼ਰ ਤੋਂ ਬਾਅਦ ਕਿ 12 ਸਾਲ ਤੋਂ ਉੱਪਰ ਦੇ ਜਿਹੜੇ ਟੀਨੇਜਰਸ ਨੇ ਖਾਸ ਕਰਕੇ ਉਹਨਾਂ ਵਾਸਤੇ ਇਹ ਜਿਹੜੇ ਸ਼ਾਟਸ ਲੱਗ ਸਕਦੇ ਨੇ। ਔਰ ਗਲੋਬਲ ਵੈਕਸੀਨ ਸਪਲਾਈਜ਼ ਜਿਹੜੀਆਂ ਨੇ ਹਜੇ ਵੀ ਟਾਈਟ ਹੈਗੀਆਂ ਨੇ। ਬਹੁਤ ਸਾਰੇ ਜਿਹੜੇ ਦੁਨੀਆ ਦੇ ਦੇਸ਼ ਹੈਗੇ ਆ ਜਿਹੜੇ ਕਿ ਆਪਣੇ ਅਡਲਟਸ ਨੂੰ ਵੈਕਸੀਨੇਟ ਕਰਨ ਵਾਸਤੇ ਵੀ ਸਟਰਗਲ ਕਰ ਰਹੇ ਨੇ, ਪਰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਯੂਐਸ ਔਰ ਕੈਨੇਡਾ ਨੇ ਆਥੋਰਾਈਜ਼ ਕਰ ਦਿੱਤਾ ਹੈ ਫਾਈਜ਼ਰ ਨੂੰ, ਤਾਂ ਕਿ ਜਿਹੜੇ 12 ਤੋਂ ਉੱਪਰ ਦੇ ਜਿਹੜੇ ਬੱਚੇ ਹੈ ਟੀਨੇਜਰਸ ਹੈਗੇ ਉਹਨਾਂ ਨੂੰ ਵੀ ਜਿਹੜਾ ਹੈ ਵੈਕਸੀਨਸ ਲਗਾਈ ਜਾ ਸਕੇ। ਮੋਡਰਨਾ ਦਾ ਜਿਹੜਾ ਹੈ ਉਹਨੂੰ ਅਗਲਾ ਨਾਮ ਹੋਏਗਾ ਇਸ ਲਾਈਨ ਦੇ ਵਿੱਚ, ਔਰ ਉਹਨਾਂ ਨੇ ਆਪਣਾ ਜਿਹੜਾ ਟੀਨ ਡੇਟਾ ਹੈ ਉਹ ਸਬਮਿਟ ਕਰ ਦੇਣਾ ਹੈ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ। ਔਰ ਇਸ ਦੇ ਨਾਲ ਨਾਲ ਹੋਰ ਜਿਹੜੇ ਗਲੋਬਲ ਰੈਗੂਲੇਟਰਸ ਨੇ ਅਗਲੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਸਾਰਾ ਡੇਟਾ ਆਪਣਾ ਸ਼ੇਅਰ ਕਰਨ ਜਾ ਰਹੇ ਨੇ। ਔਰ ਇਹ ਉਹਨਾਂ ਨੇ ਸਟੱਡੀ ਕੀਤੀ ਹੈ 3700 ਬੱਚਿਆਂ ਦੇ ਉੱਪਰ 12 ਤੋਂ ਲੈ ਕੇ 17 ਸਾਲ ਜਿਨ੍ਹਾਂ ਦੀ ਉਮਰ ਹੈਗੀ ਹੈ। ਔਰ ਇਸ ਦੇ ਨਾਲ ਇਹ ਦੇਖਿਆ ਗਿਆ ਹੈ ਕਿ ਵੈਕਸੀਨ ਦੇ ਨਾਲ ਸੇਮ ਜਿਹੜੇ ਹੈ ਇਮਿਊਨ ਪ੍ਰੋਟੈਕਸ਼ਨ ਦੇ ਜਿਹੜੇ ਸਾਈਨਸ ਦੇਖੇ ਗਏ ਬੱਚਿਆਂ ਵਿੱਚ ਜਿਹੜੇ ਕਿ ਅਡਲਟਸ ਦੇ ਵਿੱਚ ਦੇਖੇ ਜਾਂਦੇ ਸੀਗੇ। ਸਿਮਿਲਰਲੀ ਜਿਹੜੇ ਟੈਂਪਰੇਰੀ ਸਾਈਡ ਇਫੈਕਟਸ, ਕਈ ਬੱਚਿਆਂ ਦੀ ਬਾਹਾਂ ਦੇ ਵਿੱਚ ਥੋੜਾ ਜਿੰਨਾ ਦਰਦ ਹੋਣੀ ਜਾਂ ਹੈਡੇਕ ਜਾਂ ਫਟੀਗ, ਔਰ ਸੇਮ ਸਾਈਡ ਇਫੈਕਟਸ ਜਿਹੜੇ ਅਡਲਟਸ ਦੇ ਵਿੱਚ ਦੇਖੇ ਜਾਂਦੇ ਸੀਗੇ ਉਹੀ ਜਿਹੜੇ ਟੀਨੇਜਰ ਬੱਚਿਆਂ ਦੇ ਵਿੱਚ ਦੇਖੇ ਗਏ ਨੇ। ਔਰ 2 ਡੋਜ਼ਸ ਮੋਡਰਨਾ ਵੈਕਸੀਨ ਦੀਆਂ ਉਹ ਦਿੱਤੀਆਂ ਜਾਣਗੀਆਂ ਇਸ ਸਾਰੇ ਉਪਰਾਲੇ ਦੇ ਵਿੱਚ। ਔਰ ਬੱਚੇ ਜਿਹੜੇ ਹੈ ਉਹਨਾਂ ਨੂੰ ਜਿਹੜੇ ਹਾਲਾਂਕਿ ਚਾਂਸਸ ਘੱਟ ਨੇ ਅਡਲਟਸ ਦੇ ਮੁਕਾਬਲੇ ਕਿ ਜਿਹੜੇ ਸੀਰੀਅਸਲੀ ਇਲ ਹੋਣ ਦੇ, ਪਰ ਫਿਰ ਵੀ ਬਹੁਤ ਸਾਰੇ ਬੱਚੇ ਜਿਹੜੇ ਹੈ ਇਸ ਵਾਇਰਸ ਕਰਕੇ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਤਕਰੀਬਨ 14% ਜਿਹੜੇ ਕੋਰੋਨਾ ਵਾਇਰਸ ਦੇ ਕੇਸਿਸ ਨੇ ਅਮਰੀਕਾ ਦੇ ਵਿੱਚ ਵੀ ਦੇਖੇ ਜਾਣ ਤੇ ਉਹ ਬੱਚਿਆਂ ਦੇ ਆਏ ਸੀਗੇ। ਔਰ ਵੈਕਸੀਨ ਸਪਲਾਈ ਜਿਹੜੀ ਹੈ ਯੂਐਸ ਦੇ ਜਿਹੜੇ ਯੰਗ ਟੀਨਸ ਵਾਸਤੇ ਉਹ ਪ੍ਰੋਵਾਈਡ ਕੀਤੀ ਗਈ ਹੈ। ਤੁਹਾਡਾ ਬੱਚਿਆਂ ਦੇ ਜਿਹੜੇ ਇੰਜੈਕਸ਼ਨਸ ਲੱਗ ਰਹੇ ਨੇ, ਔਰ ਹੁਣ ਇਸ ਤੋਂ ਬਾਅਦ ਫਾਈਜ਼ਰ ਔਰ ਮੋਡਰਨਾ ਜਿਹੜੀ ਹੈ ਟੈਸਟਿੰਗ ਕਰਨ ਜਾ ਰਹੇ ਨੇ ਛੋਟੇ ਬੱਚਿਆਂ ਦੇ ਵਿੱਚ 6 ਮਹੀਨੇ ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਵਾਸਤੇ ਇਹ ਜਿਹੜੀ ਹੁਣ ਟੈਸਟਿੰਗ ਹੋਏਗੀ। ਔਰ ਇਸ ਦੇ ਵਿੱਚ ਹਾਲਾਂਕਿ ਟੀਨਸ ਨੂੰ ਅਤੇ ਅਡਲਟਸ ਜਿੰਨੀ ਡੋਜ਼ ਦਿੱਤੀ ਜਾ ਰਹੀ ਸੀਗੀ, ਪਰ ਇਹ ਜਿਹੜੇ ਛੋਟੇ ਬੱਚੇ ਦਾ ਟੈਸਟਿੰਗ ਕੀਤੀ ਜਾਏਗੀ ਇਸ ਦੇ ਵਿੱਚ ਹੋ ਸਕਦਾ ਹੈ ਕਿ ਡੋਜ਼ਸ ਜਿਹੜੀਆਂ ਹੈ ਛੋਟੇ ਬੱਚਿਆਂ ਵਾਸਤੇ ਘਟਾ ਕੇ ਲਗਾਈਆਂ ਜਾਣ। ਔਰ ਐਕਸਪਰਟਸ ਉਮੀਦ ਕਰਦੇ ਹੈ ਕਿ ਉਸ ਦੇ ਨਾਲ ਬਿਲਕੁਲ ਸੇਮ ਰਿਜ਼ਲਟਸ ਉਹਨਾਂ ਨੂੰ ਮਿਲਣਗੇ। ਔਰ ਜੇ ਗੱਲ ਕਰੀਏ ਆਪਣੇ ਪੀਲ ਰੀਜਨ ਦੀ, ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦੀ ਹੁਣ ਅਪਾਇੰਟਮੈਂਟ ਮਿਲ ਨਹੀਂ ਰਹੀ। ਤੁਸੀਂ ਵੀ ਅਗਰ ਆਪਣੇ ਬੱਚੇ ਨੂੰ ਵੈਕਸੀਨ ਲਗਵਾਉਣਾ ਹੈ, ਇਹ ਤੁਹਾਨੂੰ ਦੱਸ ਦਈਏ ਕਿ ਹੁਣ ਡੇਟ ਅਵੇਲੇਬਲ ਨਹੀਂ ਹੈ, ਅਪਾਇੰਟਮੈਂਟ ਅਵੇਲੇਬਲ ਨਹੀਂ ਹੈ ਪੀਲ ਰੀਜਨ ਦੇ ਵਿੱਚ। ਬਹੁਤੇ ਲੋਕ ਜਿਹੜੇ ਉਹਨਾਂ ਨੂੰ ਟੋਰਾਂਟੋ ਜਾਂ ਦੂਰ ਦੁਰਾਡੇ ਵੈਕਸੀਨ ਦੇ ਵਾਸਤੇ ਹੁਣ ਅਪਾਇੰਟਮੈਂਟਾਂ ਮਿਲ ਰਹੀਆਂ। ਸੋ ਇਸ ਕਰਕੇ ਬਹੁਤਾ ਸਮਾਂ ਨਾ ਗਵਾਓ। ਬੱਚੇ ਜਦੋਂ ਸਕੂਲਾਂ 'ਚ ਜਾਣਗੇ ਸਤੰਬਰ ਮਹੀਨੇ ਤਾਂ ਉਹਨਾਂ ਦੇ ਕੋਲ ਅਗਰ ਦੋਨੋਂ ਡੋਜ਼ ਲੱਗ ਚੁੱਕੀਆਂ ਹੋਣਗੀਆਂ ਉਹਨਾਂ ਨੂੰ ਤੇ ਉਹ ਸੇਫ ਹੋਣਗੇ। ਇਸੇ ਕਰਕੇ ਮਾਪੇ ਜਲਦੀ ਕਰ ਰਹੇ ਕਿ ਉਹਨਾਂ ਦੇ ਬੱਚਿਆਂ ਨੂੰ ਜਲਦੀ ਇੱਕ ਡੋਜ਼ ਲੱਗੇ ਤੇ ਸਤੰਬਰ ਤੋਂ ਪਹਿਲਾਂ ਉਹਨਾਂ ਨੂੰ ਦੂਸਰੀ ਡੋਜ਼ ਵੀ ਲੱਗ ਸਕੇ। ਇਹ ਓਵਰਆਲ ਅਗਰ ਗੱਲ ਕਰੀਏ ਤਾਂ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਉਹ 37.5 ਮਿਲੀਅਨ ਹੈ। ਔਰ ਸਾਨੂੰ ਇਹ ਤੁਹਾਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ 21 ਮਿਲੀਅਨ ਵੈਕਸੀਨ ਕੈਨੇਡਾ ਵਿੱਚ ਲੱਗ ਚੁੱਕੇ ਆ ਆਲਰੇਡੀ। ਔਰ ਦੂਜੇ ਪਾਸੇ ਅੰਟਾਰੀਓ ਦੀ ਗੱਲ ਕਰੀਏ 14.5 ਮਿਲੀਅਨ ਆਬਾਦੀ ਹੈ ਔਰ 8 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਇੱਥੇ ਵੀ ਲੱਗ ਚੁੱਕੇ ਹੈ। ਔਰ ਬਹੁਤ ਤੇਜ਼ੀ ਦੇ ਨਾਲ ਅੰਟਾਰੀਓ ਦੇ ਵਿੱਚ ਗੱਲ ਕਰੀਏ ਤੇ 7 ਦਿਨਾਂ ਦੇ ਵਿੱਚ 1 ਮਿਲੀਅਨ ਵੈਕਸੀਨ ਦੀ ਜਿਹੜੀ ਇਸ ਵੇਲੇ ਰਫ਼ਤਾਰ ਹੈ। ਔਰ 2 ਜਾਂ 3 ਵੀਕ ਤੱਕ ਅਸੀਂ ਦੇਖਾਂਗੇ ਕਿ 70-75% ਲੋਕ ਵੈਕਸੀਨ ਉਹਨਾਂ ਨੂੰ ਲੱਗ ਚੁੱਕੀ ਹੋਏਗੀ। ਔਰ ਇਹ ਬਹੁਤ ਹੀ ਫਿਰ ਇੱਕ ਰਿਲੈਕਸ ਕਰਨ ਵਾਲੀ ਖਬਰ ਹੋਏਗੀ ਕਿ ਮੋਸਟਲੀ ਜਿਹੜੇ ਲੋਕ ਹੈ ਉਹ ਫਿਰ ਵੈਕਸੀਨੇਟ ਹੋ ਚੁੱਕੇ ਹੈ। ਤਾਂ ਤੁਹਾਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜ਼ਰੂਰ ਤੁਸੀਂ ਵੈਕਸੀਨ ਲਗਵਾਓ, ਜੋ ਜਿੱਥੇ ਵੀ ਕਿਤੇ ਕੋਈ ਅਪਾਇੰਟਮੈਂਟ ਮਿਲ ਰਹੀ ਹੈ, ਔਰ ਜ਼ਰੂਰ ਉਸ ਦਾ ਫਾਇਦਾ ਉਠਾਓ। ਟ੍ਰੈਫਿਕ ਟਿਕਟਾਂ, ਸਪੀਡਿੰਗ ਦੀ ਟਿਕਟ, ਸਟੰਟ ਡਰਾਈਵਿੰਗ, ਕੇਅਰਲੈਸ ਡਰਾਈਵਿੰਗ, ਸਸਪੈਂਡਡ ਲਾਇਸੈਂਸ ਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਕੈਮਰੇ ਦੀ ਟਿਕਟ ਹੋਵੇ, ਪੁਆਇੰਟ ਸੇਵਰ ਦੇ ਕਾਨੂੰਨੀ ਐਕਸਪਰਟ ਅਫੋਰਡੇਬਲ ਆਪਸ਼ਨਾਂ ਨਾਲ ਤੁਹਾਡੇ ਜੁਰਮਾਨੇ ਘੱਟ ਜਾਂ ਫਿਰ ਮਾਫ ਕਰਵਾ ਸਕਦੇ ਹਨ। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877।
ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਿਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. और ਜੇ ਟਰੱਕ ਚਲਾਉਣਾ ਸਿੱਖਣਾ ਚਾਹੁੰਦੇ ਹੋ, ਡਿਕਸੀ ਟਰੱਕ ਫੋਰਕਲਿਫਟ ਡਰਾਈਵਿੰਗ ਸਕੂਲ ਦੇ ਦਰਸ਼ਨ ਫਿਰ ਮਾਨ ਨੂੰ ਫੋਨ ਕਰੋ। ਲੰਬਾ ਤਜਰਬਾ ਦਰਸ਼ਨ ਮਾਨ ਹੋਰਾਂ ਨੇ ਬਹੁਤ ਜ਼ਿਆਦਾ ਸੈਂਕੜੇ ਲੋਕਾਂ ਨੂੰ ਟਰੱਕ ਡਰਾਈਵਰ ਬਣਾਇਆ ਹੈ, ਟਰੱਕ ਦਾ ਲਾਇਸੈਂਸ ਲੈ ਕੇ ਦਿੱਤਾ ਹੈ। ਤੁਹਾਡੀ ਵੀ ਮਦਦ ਕਰਨਗੇ, ਗਾਈਡ ਕਰਨਗੇ। ਬੜੇ ਤਜਰਬੇਕਾਰ ਇੰਸਟ੍ਰਕਟਰਸ ਨੇ। ਨਵੇਂ ਇਮੀਗ੍ਰੈਂਟ ਹੋ, ਨਵੇਂ ਡਰਾਈਵਰ ਹੋ, ਨਰਵਸ ਡਰਾਈਵਰ ਹੋ, ਕਾਲ ਕਰ ਲਓ 905 452 3633 9054523633 ਇਹਨਾਂ ਦਾ ਫੋਨ ਨੰਬਰ ਹੈ। ਕੋਵੈਕਸੀਨ ਭਾਰਤ ਦੇ ਵਿੱਚ ਬਣੀ ਹੈ ਔਰ ਇਹ ਬਣਾਈ ਹੈ ਭਾਰਤ ਟੈਕ ਕੰਪਨੀ ਨੇ ਔਰ ਇਸ ਕੰਪਨੀ ਦਾ ਕਹਿਣਾ ਹੈ ਕਿ ਇਹ ਸੇਫ ਵੈਕਸੀਨ ਹੈ, ਪਰ ਦੁਨੀਆ ਦੇ ਬਹੁਤੇ ਮੁਲਕਾਂ ਨੇ ਹਜੇ ਇਸ ਨੂੰ ਅਪਰੂਵਲ ਨਹੀਂ ਦਿੱਤੀ ਹੈ। ਖਾਸ ਤੌਰ ਦੇ ਉੱਤੇ ਆਸਟ੍ਰੇਲੀਆ, ਅਮਰੀਕਾ, ਈਵਨ ਕੈਨੇਡਾ, ਜਿੱਥੇ ਵੀ ਭਾਰਤ ਦੇ ਵਿਦਿਆਰਥੀ ਪੜ੍ਹਨ ਜਾਂਦੇ ਆ, ਜਦੋਂ ਉਹ ਵੈਕਸੀਨ ਲਗਵਾ ਕੇ ਜਾਣਗੇ ਤਾਂ ਉਸ ਮੁਲਕ ਦੇ ਵਿੱਚ ਪੁੱਛਿਆ ਜਾਏਗਾ ਕਿ ਤੁਸੀਂ ਕਿੱਥੋਂ ਵੈਕਸੀਨ ਲਗਵਾਈ ਹੈ, ਕਿਹੜੀ ਵੈਕਸੀਨ ਲਗਵਾਈ ਹੈ। ਅਤੇ ਜੇ ਕੋਵੈਕਸੀਨ ਨੂੰ ਅਪਰੂਵਲ ਨਾ ਹੋਏਗੀ, ਇਹਨਾਂ ਬੱਚਿਆਂ ਨੂੰ ਮੁਸ਼ਕਿਲ ਆਏਗੀ ਜਦੋਂ ਟਰੈਵਲ ਕਰਕੇ ਇਹਨਾਂ ਮੁਸ਼ਕਿਲਾਂ ਮੁਲਕਾਂ ਦੇ ਵਿੱਚ ਪੜ੍ਹਾਈ ਕਰਨ ਲਈ ਆਉਣਗੇ। ਇਸ ਕਰਕੇ ਚਿੰਤਾ ਹੈ ਇਹਨਾਂ ਬੱਚਿਆਂ ਨੂੰ। ਪਰ ਉੱਧਰ ਕੋਵੈਕਸੀਨ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਗੱਲ ਕਰ ਰਹੇ ਹਾਂ WHO ਨਾਲ ਔਰ ਜੂਨ ਜੁਲਾਈ ਦੇ ਵਿੱਚ ਕੋਵੈਕਸੀਨ ਨੂੰ ਵੀ ਅਪਰੂਵਲ WHO ਦੀ ਮਿਲ ਸਕਦੀ ਹੈ। ਤੁਹਾਨੂੰ ਪਤਾ ਹੈ ਕਿ ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਕੇ ਜਾਣਾ ਹੋਵੇ ਤੇ ਉੱਥੇ ਉਹੀ ਵੈਕਸੀਨ ਅਪਰੂਵਡ ਜਿਹੜੇ ਹੈ ਉਹਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੂੰ WHO ਜਾਂ ਉਸ ਕੰਟਰੀ ਨੇ ਅਪਰੂਵਲ ਦਿੱਤੀ ਹੋਵੇ। ਤਾਂ ਐਸਟਰਾਜ਼ੈਨਿਕਾ ਨੂੰ ਤਾਂ ਅਪਰੂਵਲ ਮਿਲ ਗਈ ਹੈ। ਕੋਵਾਸ਼ੀਲਡ ਜਿਹੜੀ ਭਾਰਤ ਦੇ ਵਿੱਚ ਹੈ ਉਹਨੂੰ ਐਸਟਰਾਜ਼ੈਨਿਕਾ ਬਾਹਰਲੇ ਮੁਲਕਾਂ 'ਚ ਕਿਹਾ ਜਾਂਦਾ ਹੈ, ਉਹ ਤਾਂ ਅਪਰੂਵਲ ਹੈ। ਪਰ ਕੋਵੈਕਸੀਨ ਨੂੰ ਹਜੇ ਨਾ ਤਾਂ ਕੈਨੇਡਾ ਨੇ, ਅਮਰੀਕਾ, ਆਸਟ੍ਰੇਲੀਆ ਨੇ ਅਪਰੂਵਲ ਦਿੱਤੀ ਹੈ ਅਤੇ ਨਾ ਹੀ ਹਜੇ WHO ਤੋਂ ਅਪਰੂਵਲ ਮਿਲੀ ਹੈ। ਇਹ ਵੈਸੇ ਅੱਛਾ ਇਹ ਹੈ ਵੈਕਸੀਨ, ਇਹ 'ਚ ਕੋਈ ਦੋ ਰਾਏ ਨਹੀਂ, लेकिन अप्रूवल जब तक ना मिले, मानता जब तक ना मिले तो एक्सेप्टेबल नहीं होएगी। तो एक अच्छी खबर कि उम्मीद है कोवैक्सीन वालियां नूं कि ਇਹਦੀ अप्रूवल भी जून जुलाई तक मिल जाएगी। ਲੌਂਗ ਵੀਕਐਂਡ ਸੀਗਾ ਵਿਕਟੋਰੀਆ ਡੇ ਦਾ ਔਰ ਬਹੁਤ ਸਾਰੇ ਲੋਕ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਟੋਰਾਂਟੋ ਦੇ ਬੀਚਸ ਦੇ ਵਿੱਚ ਉੱਪਰ ਇਕੱਠੇ ਹੋਏ ਔਰ ਕਾਫੀ ਲੋਕਾਂ ਨੂੰ ਜਿਹੜੀਆਂ ਹੈ ਟਿਕਟਸ ਵੀ ਇਸ਼ੂ ਕੀਤੀਆਂ ਗਈਆਂ। ਔਰ ਟੋਰਾਂਟੋ ਨੇ ਜਦੋਂ ਇਹ ਵੀਕਐਂਡ ਦਾ ਜਿਹੜਾ ਹੈਂਗਓਵਰ ਲੋਕਾਂ ਦਾ ਮੁੱਕਿਆ ਤਾਂ ਦੇਖਿਆ ਜਿਹੜੇ ਪਾਰਕਸ ਨੇ ਖਾਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਟਰੈਸ਼ ਕੀਤੇ ਗਏ ਹੋਏ ਸੀਗੇ ਔਰ ਜਿਹੜੇ ਰੈਜ਼ੀਡੈਂਟ ਸੀਗੇ ਜਿਨ੍ਹਾਂ ਦੇ ਛੋਟੇ ਬੱਚੇ ਆ ਜਾਂ ਡੌਗਸ ਹੈਗੇ ਆ ਉਹ ਤਕਰੀਬਨ ਸਵੇਰੇ 4 ਵਜੇ ਤੱਕ ਜਾਗਦੇ ਰਹੇ ਕਿਉਂਕਿ ਬੈਕਯਾਰਡ ਦੇ ਵਿੱਚ ਜਿਹੜੇ ਫਾਇਰਵਰਕ ਡਿਸਪਲੇਸ ਹੁੰਦੇ ਰਹੇ। ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਤਕਰੀਬਨ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਵੁੱਡਬਾਈਨ ਔਰ ਚੈਰੀ ਬੀਚਸ ਦੇ ਉੱਪਰ ਸੰਡੇ ਰਾਤ ਨੂੰ ਪਹੁੰਚੇ ਹੋਏ ਸੀਗੇ। ਵਿਕਟੋਰੀਆ ਡੇ ਤੇ ਲੋਕਾਂ ਨੇ ਪਟਾਕੇ ਇੱਥੇ ਚਲਾਏ ਔਰ ਪੁਲਿਸ ਨੂੰ ਕਾਫੀ ਸਾਰੀਆਂ ਕਾਲਸ ਆਈਆਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੈਦਰਿੰਗਸ ਹੋ ਰਹੀਆਂ ਸੀਗੀਆਂ ਔਰ ਕੁਝ ਲੋਕਾਂ ਨੂੰ ਟਿਕਟਸ ਇਸ਼ੂ ਕੀਤੀਆਂ ਗਈਆਂ, ਪਰ ਕਿੰਨੀਆਂ ਇਸ਼ੂ ਕੀਤੀਆਂ ਗਈਆਂ ਇਸ ਦੇ ਬਾਰੇ ਹਜੇ ਤੱਕ ਜਾਣਕਾਰੀ ਨਹੀਂ ਹੈਗੀ। ਕਾਫੀ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈਆਂ ਹੋਈਆਂ ਸੀਗੀਆਂ ਜਿਸ ਤੇ ਬੀਚ ਦੇ ਉੱਪਰ ਫਾਇਰਵਰਕਸ ਦੇਖ ਰਹੇ ਸੀਗੇ ਔਰ ਨਾਲ ਗਾਰਬੇਜ ਜਿਹੜਾ ਹੈ ਬੀਚਸ ਦੇ ਉੱਪਰ ਸਾਰਾ ਮੰਡੇ ਔਰ ਟਿਊਜ਼ਡੇ ਨੂੰ ਜਿਹੜਾ ਹੈ ਵਿਖਰਿਆ ਪਿਆ ਸੀਗਾ ਸੜਕਾਂ ਦੇ ਉੱਪਰ ਵੀ ਔਰ ਬੀਚਸ ਦੇ ਉੱਪਰ ਵੀ। ਔਰ ਟੋਰਾਂਟੋਨੀਅਨਸ ਜਿਹੜੇ ਨੇ ਇੰਨੇ ਲੇਜ਼ੀ ਹੋ ਗਏ ਨੇ, ਕਈ ਲੋਕਾਂ ਨੇ ਇਸ ਤਰ੍ਹਾਂ ਦੀ ਪੋਸਟ ਪਾਈਆਂ ਹੈਗੀਆਂ ਨੇ। ਕਾਫੀ ਵਾਰੀ ਦੇਖਿਆ ਗਿਆ ਹੈ ਕਿ ਜਿਹੜੇ ਏਰੀਆ ਦੇ ਰੈਜ਼ੀਡੈਂਟਸ ਨੇ ਉਹ ਸਿਟੀ ਕ੍ਰੂਜ਼ ਦੇ ਨਾਲ ਮਿਲ ਕੇ ਇਹ ਜਗ੍ਹਾ ਤੇ ਜਿਹੜਾ ਗਾਰਬੇਜ ਲੋਕੀ ਛੱਡ ਗਏ ਨੇ ਉਸ ਨੂੰ ਸਾਫ਼ ਕਰ ਰਹੇ ਨੇ। ਲਿਟਰਿੰਗ ਕਰਕੇ $500 ਤੱਕ ਦਾ ਜਿਹੜਾ ਹੈ ਫਾਈਨ ਹੋ ਸਕਦਾ ਹੈ, ਪਰ ਸਿਟੀ ਨੇ ਕੋਈ ਟਿਕਟਸ ਇਸ਼ੂ ਨਹੀਂ ਕੀਤੀਆਂ ਲਿਟਰਿੰਗ ਦੀਆਂ ਇਸ ਵਾਲੇ। ਔਰ ਲਗਾਤਾਰ ਲੋਕਾਂ ਨੇ ਜਿਹੜੇ ਪਟਾਕੇ ਵਗੈਰਾ ਚਲਾਏ ਨੇ। ਹਾਲਾਂਕਿ ਪੁਲਿਸ ਨੇ ਇੱਕ ਕਿਹਾ ਹੈ ਕਿ ਡੈਡੀਕੇਟਿਡ ਇਨਫੋਰਸਮੈਂਟ ਟੀਮਸ ਹੁਣ ਭੇਜੀਆਂ ਜਾ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਏ ਗੈਦਰਿੰਗਸ ਲਿਮਿਟਸ ਵਾਸਤੇ ਔਰ ਆਊਟਡੋਰ ਗੈਦਰਿੰਗਸ ਵਾਸਤੇ ਕਿ ਜਿਹੜੀਆਂ ਕਿ ਸਿਰਫ 5 ਲੋਕਾਂ ਤੱਕ ਸੀਮਿਤ ਹੈਗੀਆਂ। ਔਰ ਇਹ ਵੀ ਕਿਹਾ ਗਿਆ ਕਿ ਅਸੀਂ ਜਿੱਥੇ ਲੋਕਾਂ ਨੇ ਇਹ ਲਿਟਰ ਕੀਤਾ ਹੋਇਆ ਹੈ 1500 ਪਾਰਕਸ ਨੇ
ਜਿਹੜੇ ਕਿ ਲਿਟਰ ਫ੍ਰੀ ਹੋਣੇ ਚਾਹੀਦੇ ਆ, ਪਰ ਲੋਕਾਂ ਨੇ ਬਿਲਕੁਲ ਆਪਣੀ ਜ਼ਿੰਮੇਵਾਰੀ ਨਾ ਸਮਝਦਿਆਂ ਹੋਇਆਂ ਔਰ ਪਟਾਕੇ ਚਲਾਏ। ਔਰ ਹਾਲਾਂਕਿ ਆਲਰੇਡੀ ਇਹ ਰਿਲੀਜ਼ ਦਿੱਤੀ ਗਈ ਸੀਗੇ ਪਿਛਲੇ ਹਫਤੇ ਸਿਟੀ ਆਫ ਟੋਰਾਂਟੋ ਵੱਲੋਂ ਕਿ ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾਏਗਾ ਪਟਾਕੇ ਚਲਾਉਣ ਦੇ ਵਾਸਤੇ ਸਿਟੀ ਦੇ ਪਾਰਕ ਦੇ ਵਿੱਚ, ਸਟਰੀਟ ਦੇ ਵਿੱਚ, ਪਾਰਕਿੰਗ ਲਾਟ ਦੇ ਵਿੱਚ ਜਾਂ ਕਿਸੇ ਹੋਰ ਦੀ ਪ੍ਰਾਈਵੇਟ ਪ੍ਰਾਪਰਟੀ ਦੇ ਉੱਪਰ, ਤੇ ਇਸ ਨੂੰ ਬੈਨ ਕੀਤਾ ਗਿਆ ਸੀਗਾ, ਮਨਾ ਕੀਤਾ ਗਿਆ ਸੀਗਾ। ਫਿਰ ਵੀ ਲੋਕਾਂ ਨੇ ਧੜ ਪਟਾਕੇ ਚਲਾਏ ਨੇ ਔਰ ਬਿਲਕੁਲ ਸਭ ਜਗ੍ਹਾ ਤੇ ਜਿਹੜਾ ਹੈ ਇਹ ਲਿਟਰ ਇਸ ਵੇਲੇ ਕ੍ਰੀਏਟ ਹੋਈ ਹੈ। ਲਓ ਜੀ, ਔਰ ਤੁਹਾਨੂੰ ਹੁਣ ਅਸੀਂ ਭੁਪਿੰਦਰ ਗਰੇਵਾਲ ਦਾ ਵੀ ਨੰਬਰ ਦੇ ਦਈਏ 6478669905। ਬੜੇ ਹੀ ਮਿਹਨਤੀ, ਬੜੇ ਹੀ ਤਜਰਬੇਕਾਰ ਮੌਰਗੇਜ ਏਜੰਟ ਨੇ ਭੁਪਿੰਦਰ ਗਰੇਵਾਲ। ਨਵੇਂ ਜਿਹੜੇ ਇਮੀਗ੍ਰੈਂਟ ਆਉਂਦੇ ਆ, ਕਈ ਵਾਰੀ ਬੜੀ ਮੁਸ਼ਕਲ ਆਉਂਦੀ ਹੈ ਇਮੀਗ੍ਰੇਸ਼ਨ ਮੌਰਗੇਜ ਲੈਣ ਦੇ ਵਿੱਚ, ਉਹਨਾਂ ਦੀ ਹੈਲਪ ਕਰਦੇ ਆ। ਫਸਟ ਟਾਈਮ ਹੋਮ ਬਾਇਰ ਦੇ ਲਈ ਇਹਨਾਂ ਕੋਲ ਸਪੈਸ਼ਲ ਕਈ ਤਰ੍ਹਾਂ ਦੇ ਬੈਨੀਫਿਟਸ ਨੇ ਤੁਹਾਡੇ ਵਾਸਤੇ। ਔਰ ਜੇ 5 ਤੋਂ 10% ਡਾਊਨ ਦੇ ਕੇ ਘਰ ਦੀ ਮੌਰਗੇਜ ਲੈਣੀ ਹੋਵੇ ਤੁਸੀਂ, ਤੁਹਾਡੀ ਮਦਦ ਕਰਨਗੇ ਭੁਪਿੰਦਰ ਗਰੇਵਾਲ। 6478669905। ਇਹਨਾਂ ਕੋਲ $1-2 ਲੱਖ ਤੋਂ ਲੈ ਕੇ $1-2 ਮਿਲੀਅਨ ਤੱਕ ਦੀ ਰਕਮ ਤੁਹਾਨੂੰ ਚਾਹੀਦੀ ਹੋਵੇ, ਉਹ ਵੀ ਅਵੇਲੇਬਲ ਹੈ। ਕਾਲ ਕਰੋ 6478669905 ਮੌਰਗੇਜ ਸੈਂਟਰ ਦੇ ਭੁਪਿੰਦਰ ਗਰੇਵਾਲ। ਜੀ ਹਾਂ, ਹੁਣ ਤੁਹਾਨੂੰ ਚੰਡੀਗੜ੍ਹ ਪ੍ਰਵਾਸੀ ਆਫਿਸ ਲੈ ਕੇ ਜਾਣ ਦਾ ਟਾਈਮ ਹੋ ਗਿਆ। ਉੱਥੇ ਤੁਹਾਨੂੰ ਸੁਣਾ ਰਹੇ ਹਾਂ ਖਬਰਾਂ। काम में हो गए अब बिजी, खबर होवे राष्ट्रीय चाहे अंतरराष्ट्रीय, होवे तुहाडे देश दी भावें परदेस दी, सही अते सटीक जानकारी असी करांगे पेश। ना ही होवांगे लेट, ना ही करनी पवेगी वेट। देखो रजिंदर सैनी नाल सही 8 GTA ਦੀ ਸਭ ਤੋਂ ਵੱਡੀ ਪ੍ਰਿੰਟ ਤੇ ਆਨਲਾਈਨ ਬਿਜ਼ਨਸ ਪੇजेस ਡਾਇਰੈਕਟਰੀ, 200 ਤੋਂ ਵੱਧ ਬਿਜ਼ਨਸ ਕੈਟਾਗਰੀਜ਼, 200 ਤੋਂ ਵੱਧ ਇਨਫੋਰਮੇਸ਼ਨ ਪੇजेस। ਬੁੱਕ अर्ली ਐਂਡ ਗੈਟ 20% ਡਿਸਕਾਊਂਟ। ਸਤਿ ਸ਼੍ਰੀ ਅਕਾਲ, ਮੈਂ ਆਜੋਤੀ ਜਸਲ ਤੇ ਤੁਸੀਂ ਵੇਖ ਰਹੇ ਹੋ ਪ੍ਰਵਾਸੀ ਟੀਵੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਮੁੱਖ ਖਬਰਾਂ ਦੇ ਨਾਲ। ਨਵਜੋਤ ਸਿੰਘ ਸਿੱਧੂ ਨੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਪਟਿਆਲਾ 'ਚ ਘਰ ਦੀ ਛੱਤ ਤੇ ਗੱਡਿਆ ਕਾਲਾ ਝੰਡਾ। ਅੰਮ੍ਰਿਤਸਰ ਵਾਲੇ ਘਰ ਉੱਤੇ ਸਿੱਧੂ ਦੀ ਧੀ ਰਾਬੀਆ ਨੇ ਲਹਿਰਾਇਆ ਕਾਲਾ ਝੰਡਾ। ਆਕਸੀਜਨ ਦੀ ਘਾਟ ਨੂੰ ਲੈ ਕੇ ਘਿਰਨ ਲੱਗੀ ਮੋਦੀ ਸਰਕਾਰ। ਅਸ਼ੋਕ ਗਹਿਲੋਤ ਨੇ ਕਿਹਾ ਕੇਂਦਰ ਅੰਕੜੇਬਾਜ਼ੀ ਛੱਡ ਕੇ ਵੈਕਸੀਨ ਵੱਲ ਦੇਵੇ ਧਿਆਨ। ਰਣਦੀਪ ਸੁਰਜੇਵਾਲਾ ਨੇ ਟਵਿੱਟਰ ਨੂੰ ਚਿੱਠੀ ਲਿਖ ਕੇ ਮੋਦੀ ਸਰਕਾਰ ਦੇ 11 ਮੰਤਰੀਆਂ ਦੇ ਟਵੀਟ ਨੂੰ ਮੈਨੀਪੂਲੇਟਡ ਮੀਡੀਆ ਕਰਾਰ ਦੇਣ ਦੀ ਕੀਤੀ ਮੰਗ। ਕਪਲੇਬਾਜ਼ ਮੇਹੁਲ ਚੌਕਸੀ ਐਂਟੀਗੁਆ ਤੋਂ ਲਾਪਤਾ। ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਆਰੋਪੀ ਹੈ ਚੌਕਸੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਭਲਕੇ 26 ਮਈ ਨੂੰ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਕਾਲਾ ਦਿਨ ਵੀ ਮਨਾਇਆ ਜਾਏਗਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੱਜ ਆਪਣੇ ਪਟਿਆਲਾ ਸਥਿਤ ਘਰ ਦੀ ਛੱਤ ਉੱਤੇ ਕਾਲਾ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੀ ਹਾਜ਼ਰ ਰਹੇ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਸਿੱਧੂ ਦੇ ਘਰ ਉੱਤੇ ਉਹਨਾਂ ਦੀ ਧੀ ਰਾਬੀਆ ਸਿੱਧੂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਾਲਾ ਝੰਡਾ ਲਹਿਰਾਇਆ ਗਿਆ। ਪੰਜਾਬ ਉਡੀਕਦਾ, ਪੰਜਾਬ ਦੀ ਕਿਸਾਨੀ ਉਡੀਕਦੀ। ਕਦ ਚੱਲੂ ਪੰਜਾਬ ਖੁਦ ਮੁਖਤਿਆਰੀ ਦੀ ਰਾਹ, ਬਾਬੇ ਨਾਨਕ ਦੀ ਦੱਸੀ ਹੋਈ ਰਾਹ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਉਹ ਰਾਹ ਪਿਛਲੇ 20-25 ਸਾਲਾਂ ਤੋਂ ਵੱਧ ਰਿਹਾ ਕਰਜ਼, ਘਟ ਰਹੀ ਆਮਦਨ ਤੇ ਘਟ ਰਹੀ ਉਪਜ ਪੰਜਾਬ ਦੇ ਹਰ ਛੋਟੇ ਤੇ ਵੱਡੇ ਕਿਸਾਨ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਇੱਜ਼ਤ ਦੀ ਰੋਟੀ ਦਾ ਸੰਘਰਸ਼। ਪੰਜਾਬ ਅੱਜ 3 ਕਾਲੇ ਕਾਨੂੰਨਾਂ ਖਿਲਾਫ ਲੜ ਰਿਹਾ ਹੈ ਜੋ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰਨ ਵਾਸਤੇ ਲਿਆਂਦੇ ਗਏ ਹਨ।
ਬਦ ਨਾਲੋਂ ਬੱਤਰ ਬਣਾਉਣ ਦੇ ਲਈ ਲਿਆਂਦੇ ਗਏ ਹਨ। ਛੋਟੇ ਵਪਾਰੀ ਤੇ ਮਜ਼ਦੂਰ ਦੇ ਪੇਟ ਦੇ ਉੱਤੇ ਲੱਤ ਮਾਰਨ ਵਾਸਤੇ, ਉਹਦੀ ਰੋਟੀ ਦੇ ਉੱਤੇ ਲੱਤ ਮਾਰਨ ਵਾਸਤੇ ਲਿਆਂਦੇ ਗਏ ਹਨ। ਜੇ ਖੇਤੀ ਕਾਨੂੰਨ ਰੱਦ ਨਾ ਹੋਏ, MSP ਨੂੰ ਹੋਰ ਫਸਲਾਂ, ਸਬਜ਼ੀਆਂ, ਫਰੂਟ, ਦਾਲਾਂ ਦੇ ਉੱਤੇ, ਆਇਲ ਸੀਡਾਂ ਦੇ ਉੱਤੇ ਕਿਸਾਨਾਂ ਨੂੰ ਦੇ ਕੇ ਸਰਕਾਰੀ ਖਰੀਦ ਨਾ ਹੋਈ, ਕਿਸਾਨਾਂ ਹੱਥ ਸਟੋਰੇਜ ਨਾ ਦਿੱਤਾ ਗਿਆ ਤੇ ਕਿਸਾਨੀ ਤੇ ਵਾਧਾ ਕਰਜ਼ਾ ਖਤਮ ਨਾ ਹੋਇਆ ਤੇ ਪੰਜਾਬ ਨਹੀਂ ਉੱਠਣਾ। ਪੰਜਾਬ ਦੀ ਤਰੱਕੀ ਦੀ ਹਰ ਰਾਹ ਕਿਸਾਨੀ ਤੋਂ ਹੀ ਹੋ ਕੇ ਜਾਂਦੀ ਹੈ। ਇੱਕ ਕਾਲਾ ਝੰਡਾ ਮੇਰੇ ਘਰ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਤੇ ਇਸ ਕਿਸਾਨ ਮਾਰੂ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਤੇ ਜਦ ਤੱਕ ਇਸ ਸਿਸਟਮ ਨੂੰ ਬਦਲਾਂਗੇ ਨਹੀਂ ਤਦ ਤੱਕ ਇਹ ਝੰਡਾ ਉਤਰੇਗਾ ਨਹੀਂ। ते शिवावर मोहे है शुभ कर्मन ते कबहू न डरूं अरिसूं जब लाही लड़ूं निश्चय कर अपनी जीत करूं। देह शिवावर मोहे है शुभ कर्मन ते कबहू न डरूं। बोले सो निहाल, सत श्री अकाल। ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ 'ਚ ਗੁੱਸਾ ਇੰਨਾ ਜ਼ਿਆਦਾ ਹੈ ਕਿ ਪੰਜਾਬ ਵਿੱਚ ਕਈ ਥਾਈਂ ਅੱਜ ਹੀ ਘਰਾਂ ਅਤੇ ਦੁਕਾਨਾਂ ਉੱਤੇ ਕਾਲੇ ਝੰਡੇ ਦੇਖੇ ਗਏ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 26 ਮਈ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਹੋਇਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਲਕੇ 26 ਮਈ ਨੂੰ ਦਿੱਲੀ ਬਾਰਡਰਾਂ ਉੱਤੇ ਲੱਗੇ ਕਿਸਾਨੀ ਮੋਰਚਿਆਂ ਨੂੰ 6 ਮਹੀਨੇ ਹੋ ਜਾਣੇ ਨੇ। ਉਧਰ ਦੂਸਰੇ ਪਾਸੇ ਹਰਿਆਣਾ ਸਰਕਾਰ ਹੁਣ ਕਿਸਾਨਾਂ ਦੇ ਦਬਾਅ ਅੱਗੇ ਝੁਕ ਗਈ ਹੈ। ਹਿਸਾਰ ਵਿੱਚ ਕਿਸਾਨਾਂ ਉੱਤੇ ਦਰਜ ਕੇਸਾਂ ਵਿਰੁੱਧ ਲੰਘੇ ਕੱਲ੍ਹ ਕਿਸਾਨਾਂ ਨੇ ਖੱਟਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਖੱਟਰ ਸਰਕਾਰ ਕਿਸਾਨਾਂ ਦੇ ਦਬਾਅ ਅੱਗੇ ਝੁਕਦੀ ਨਜ਼ਰ ਆਈ ਅਤੇ ਕਿਸਾਨਾਂ ਉੱਤੇ ਦਰਜ ਕੇਸਾਂ ਨੂੰ ਰੱਦ ਕਰਨ ਦਾ ਫੈਸਲਾ ਵੀ ਲੈ ਲਿਆ। ਧਿਆਨ ਰਹੇ ਕਿ ਕਿਸਾਨਾਂ ਨੇ ਲੰਘੀ 16 ਮਈ ਨੂੰ ਹਿਸਾਰ ਵਿੱਚ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਸੀ। ਭਾਰਤ ਵਿੱਚ ਕਰੋਨਾ ਰੋਕੂ ਵੈਕਸੀਨ ਦੀ ਘਾਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਿਰਦੇ ਨਜ਼ਰ ਆ ਰਹੇ ਨੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਚੇਤਾਵਨੀ ਦਿੱਤੀ ਕਿ ਸਾਰਿਆਂ ਲਈ ਵੈਕਸੀਨ ਦਾ ਇੰਤਜ਼ਾਮ ਨਾ ਹੋਇਆ ਤਾਂ ਕਰੋਨਾ ਦੀ ਤੀਜੀ ਲਹਿਰ ਵਿੱਚ ਹਾਲਾਤ ਬਦਤਰ ਹੋ ਸਕਦੇ ਨੇ। ਗਹਿਲੋਤ ਨੇ 3 ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ। ਵੈਕਸੀਨ ਦੇ ਮੁੱਦੇ ਤੇ ਪਿਛਲੇ ਕਈ ਦਿਨਾਂ ਤੋਂ ਸਿਆਸਤ ਵੀ ਜਾਰੀ ਹੈ। ਭਾਜਪਾ ਆਗੂ ਰਾਜਸਥਾਨ ਵਿੱਚ ਵੈਕਸੀਨੇਸ਼ਨ ਦਾ ਸਹੀ ਇੰਤਜ਼ਾਮ ਨਾ ਹੋਣ ਕਰਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਉੱਤੇ ਆਰੋਪ ਵੀ ਲਗਾ ਰਹੇ ਨੇ। ਗਹਿਲੋਤ ਇਹ ਬਿਆਨ ਵੀ ਜਾਰੀ ਕਰ ਚੁੱਕੇ ਨੇ ਕਿ ਦੇਸ਼ ਵਿੱਚ ਹੁਣ ਤੱਕ ਜਿੰਨੇ ਵੀ ਵੈਕਸੀਨੇਸ਼ਨ ਹੋਏ ਨੇ ਉਹ ਕੇਂਦਰ ਸਰਕਾਰ ਨੇ ਫ੍ਰੀ ਕਰਵਾਏ। ਇਸ ਲਈ ਹੁਣ ਵੀ ਕੇਂਦਰ ਸਰਕਾਰ ਨੂੰ ਸਾਰੇ ਵਰਗਾਂ ਲਈ ਫ੍ਰੀ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਧਰ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 18 ਤੋਂ 44 ਸਾਲ ਵਰਗ ਦੇ ਵਿਅਕਤੀ ਕੋਵਿਨ ਪਲੇਟਫਾਰਮ ਤੇ ਜਾ ਕੇ ਨਾਲ ਦੀ ਨਾਲ ਵੈਕਸੀਨ ਲਗਵਾ ਸਕਦੇ ਨੇ। ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ਤੇ ਦਿੱਤੀ ਗਈ ਹੈ। ਕਾਂਗਰਸ ਨੇ ਕਥਿਤ ਕੋਵਿਡ ਟੂਲਕਿਟ ਮਾਮਲੇ 'ਚ ਮੰਗਲਵਾਰ ਨੂੰ ਮਾਈਕਰੋ ਬਲੌਗਿੰਗ ਵੈਬਸਾਈਟ ਟਵਿੱਟਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ 11 ਮੰਤਰੀਆਂ ਦੇ ਟਵੀਟਾਂ ਨੂੰ ਮੈਨੀਪੂਲੇਟਡ ਕਰਾਰ ਦਿੱਤਾ ਜਾਵੇ। ਇਨ੍ਹਾਂ ਮੰਤਰੀਆਂ ਵਿੱਚ ਗਿਰੀਰਾਜ ਸਿੰਘ, ਪਿਊਸ਼ ਗੋਇਲ, ਸਮ੍ਰਿਤੀ ਈਰਾਨੀ, ਰਵੀ ਸ਼ੰਕਰ ਪ੍ਰਸਾਦ, ਪ੍ਰਹਿਲਾਦ ਜੋਸ਼ੀ, ਧਰਮਿੰਦਰ ਪ੍ਰਧਾਨ, ਰਮੇਸ਼ ਪੋਖਰਿਆਲ, ਥਾਵਰਚੰਦ ਗਹਿਲੋਤ, ਹਰਸ਼ਵਰਧਨ, ਮੁਖਤਾਰ ਅੱਬਾਸ ਨਕਵੀ ਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਲ ਨੇ। ਦੱਸ ਦਈਏ ਕਿ ਇਹ ਮੰਗ ਕਾਂਗਰਸ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਵੱਲੋਂ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੇ ਫਰਜ਼ੀ ਟੂਲ ਕਿਟ ਦੇ ਜ਼ਰੀਏ ਟਵਿੱਟਰ ਪਲੇਟਫਾਰਮ ਦੀ ਕਾਂਗਰਸ ਖਿਲਾਫ ਦੁਰਵਰਤੋਂ ਕਰ ਰਹੇ ਨੇ। ਇਹਨਾਂ ਸਭ ਨਾਲ ਜੁੜੇ ਟਵੀਟ ਦਾ ਲਿੰਕ ਵੀ ਇਸ ਪੱਤਰ ਨਾਲ ਨੱਥੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਟਵਿੱਟਰ ਨੇ ਕਥਿਤ ਕੋਵਿਡ ਟੂਲ ਕਿਟ ਨਾਲ ਸੰਬੰਧਿਤ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦੇ ਟਵੀਟ ਨਾਲ ਛੇੜਛਾੜ ਹੋਣ ਬਾਰੇ ਦੱਸਿਆ ਸੀ। ਬੀਜੇਪੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਟੂਲ ਕਿਟ ਬਣਾ ਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਭਾਰਤੀ ਰੂਪ ਜਾਂ ਮੋਦੀ ਰੂਪ ਦੱਸਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕਾਂਗਰਸ ਨੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਕਿ ਭਾਜਪਾ ਉਸ ਨੂੰ ਬਦਨਾਮ ਕਰਨ ਲਈ ਫਰਜ਼ੀ ਟੂਲ ਕਿਟ ਦਾ ਸਹਾਰਾ ਲੈ ਰਹੀ ਹੈ। ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਆਰੋਪੀ ਭਗੌੜਾ ਮਹਿਲੂ ਚੌਕਸੀ ਹੁਣ ਐਂਟੀਗੁਆ ਬਾਰਬੁਡਾ ਤੋਂ ਲਾਪਤਾ ਹੈ। ਮੀਡੀਆ ਅਨੁਸਾਰ ਪੁਲਿਸ ਐਤਵਾਰ ਤੋਂ ਚੌਕਸੀ ਦੀ ਭਾਲ ਕਰ ਰਹੀ ਹੈ। ਚੌਕਸੀ ਨੂੰ ਆਖਰੀ ਵਾਰ ਐਤਵਾਰ ਸ਼ਾਮੀ ਉਹਨਾਂ ਦੀ ਗੱਡੀ 'ਚ ਦੇਖਿਆ ਗਿਆ।
ਉਹਨਾਂ ਦੀ ਕਾਰ ਤਾਂ ਮਿਲ ਗਈ परंतु चौकसी ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ। ਇਸ ਸੰਬੰਧੀ ਪੁਲਿਸ ਨੇ ਉਹਨਾਂ ਦੇ ਵਕੀਲ ਨੂੰ ਦੱਸ ਦਿੱਤਾ ਹੈ परंतु ਉਹਨਾਂ ਦਾ ਵੀ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। 14,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਆਰੋਪੀ ਮੇਹੁਲ ਚੌਕਸੀ जनवरी 2018 ਚ ਵਿਦੇਸ਼ ਭੱਜ ਗਿਆ ਸੀ। ਬਾਅਦ ਚ ਪਤਾ ਲੱਗਿਆ ਕਿ ਉਹ 2017 ਚ ਹੀ ਐਂਟੀਗੁਆ ਬਾਰਬੁਡਾ ਦੀ ਨਾਗਰਿਕਤਾ ਪ੍ਰਾਪਤ ਕਰ ਚੁੱਕਾ ਹੈ। ਕੇਂਦਰੀ ਜਾਂਚ ਬਿਊਰੋ ਵੱਲੋਂ ਮੇਹੁਲ ਚੌਕਸੀ ਦੇ ਲਾਪਤਾ ਹੋਣ ਦੀ ਖਬਰ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਲਈ ਭਾਰਤ ਵਿੱਚ ਐਂਟੀਗੁਆ ਦੇ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮੇਹੁਲ ਚੌਕਸੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਭਾਰਤ ਵਿੱਚ ਪੇਸ਼ੀ ਉੱਤੇ ਆਉਣ ਤੋਂ ਇਨਕਾਰ ਕਰ ਚੁੱਕਾ ਹੈ। ਕਦੇ-ਕਦੇ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਪੇਸ਼ ਹੁੰਦਾ ਰਿਹਾ ਹੈ। ਭਾਰਤ 'ਚ ਉਸ ਦੀ ਸੰਪत्ति ਨੂੰ ਜ਼ਬਤ ਕੀਤਾ ਜਾ ਚੁੱਕਿਆ ਹੈ। ਇਸ ਘੁਟਾਲੇ ਦਾ ਮੁੱਖ ਆਰੋਪੀ ਚੌਕਸੀ ਦਾ ਭਾਣਜਾ ਨੀਰਵ ਮੋਦੀ ਵੀ ਲੰਡਨ ਦੀ ਜੇਲ੍ਹ 'ਚ ਬੰਦ ਹੈ। ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਮੋਹਾਲੀ ਦਾ ਇੰਟਰਨੈਸ਼ਨਲ ਹਾਕੀ ਸਟੇਡੀਅਮ। ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ। ਉਹਨਾਂ ਦੇ ਪੁੱਤਰ ਜੀਵ ਸਿੰਘ ਮਿਲਖਾ ਨੇ ਟਵੀਟ ਕਰ ਦਿੱਤੀ ਜਾਣਕਾਰੀ। ਦੱਸਦੇ ਕਿ ਪਿਛਲੇ ਦਿਨ ਹੀ ਪਾਏ ਗਏ ਸੀ ਕੋਰੋਨਾ ਪੋਜ਼ਿਟਿਵ। ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੇਲਵੇ ਨੇ ਨੌਕਰੀ ਤੋਂ ਕੀਤਾ ਫਾਰਗ। ਸੁਸ਼ੀਲ ਉੱਤੇ ਸਾਥੀ ਪਹਿਲਵਾਨ ਦੇ ਕਤਲ ਦੇ ਲੱਗੇ ਨੇ ਆਰੋਪ। ਕਾਲੇ ਖੇਤੀ ਕਾਨੂੰਨਾਂ ਖਿਲਾਫ ਭਲਕੇ 26 ਮਈ ਨੂੰ ਕਿਸਾਨ ਮਨਾਉਣਗੇ ਕਾਲਾ ਦਿਵਸ। ਮੋਦੀ ਸਰਕਾਰ ਦੇ ਫੂਕੇ ਜਾਣਗੇ ਪੁਤਲੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਕੀਤੀ ਅਪੀਲ। ਕਿਹਾ ਸਰਕਾਰ ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲਬਾਤ ਕਰਨ ਨੂੰ ਹੈ ਤਿਆਰ। ਯੋਗ ਗੁਰੂ ਰਾਮਦੇਵ ਦੇ ਡੇਅਰੀ ਵਿਭਾਗ ਦੇ ਹੈੱਡ ਦੀ ਕੋਰੋਨਾ ਨਾਲ ਮੌਤ। ਪਤੰਜਲੀ ਅਨੁਸਾਰ ਕੀਤਾ ਜਾ ਰਿਹਾ ਸੀ ਇਲਾਜ। ਇੱਕ ਵਾਰ ਮੁੜ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਨਵਜੋਤ ਸਿੰਘ ਸਿੱਧੂ ਨੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਪਟਿਆਲਾ 'ਚ ਘਰ ਦੀ ਛੱਤ ਤੇ ਗੱਡਿਆ ਕਾਲਾ ਝੰਡਾ। ਅੰਮ੍ਰਿਤਸਰ ਵਾਲੇ ਘਰ ਉੱਤੇ ਸਿੱਧੂ ਦੀ ਧੀ ਰਾਬੀਆ ਨੇ ਲਹਿਰਾਇਆ ਕਾਲਾ ਝੰਡਾ। ਆਕਸੀਜਨ ਦੀ ਘਾਟ ਨੂੰ ਲੈ ਕੇ ਘਿਰਨ ਲੱਗੀ ਮੋਦੀ ਸਰਕਾਰ। ਅਸ਼ੋਕ ਗਹਿਲੋਤ ਨੇ ਕਿਹਾ ਕੇਂਦਰ ਅੰਕੜੇਬਾਜ਼ੀ ਛੱਡ ਕੇ ਵੈਕਸੀਨ ਵੱਲ ਦੇਵੇ ਧਿਆਨ। ਰਣਦੀਪ ਸੁਰਜੇਵਾਲਾ ਨੇ ਟਵਿੱਟਰ ਨੂੰ ਚਿੱਠੀ ਲਿਖ ਕੇ ਮੋਦੀ ਸਰਕਾਰ ਦੇ 11 ਮੰਤਰੀਆਂ ਦੇ ਟਵੀਟ ਨੂੰ ਮੈਨੀਪੂਲੇਟਡ ਮੀਡੀਆ ਕਰਾਰ ਦੇਣ ਦੀ ਕੀਤੀ ਮੰਗ। ਕਪਲੇਬਾਜ਼ ਮੇਹੁਲ ਚੌਕਸੀ ਐਂਟੀਗੁਆ ਤੋਂ ਲਾਪਤਾ। ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਆਰੋਪੀ ਹੈ ਚੌਕਸੀ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਤੁਸੀਂ ਵੇਖਦੇ ਰਹੋ ਪ੍ਰਵਾਸੀ ਟੀਵੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਦੇ ਵਿੱਚ ਉਹ ਆਪਣੀ ਸੈਕਿੰਡ ਡੋਜ਼ ਜਿਹੜੀ ਹੈ ਇਸੇ ਹਫਤੇ ਬੁੱਕ ਕਰ ਸਕਦੇ ਨੇ। ਔਰ ਜਿਨ੍ਹਾਂ ਲੋਕਾਂ ਨੂੰ ਪਹਿਲੀ ਜਿਹੜੀ ਹੈ ਡੋਜ਼ ਮਿਲੀ ਹੈ 10 ਮਾਰਚ ਤੋਂ ਲੈ ਕੇ 19 ਮਾਰਚ ਤੱਕ ਉਹਨਾਂ ਦਾ ਜਿਹੜਾ ਪਾਇਲਟ ਪ੍ਰੋਜੈਕਟ ਦੇ ਵਿੱਚ ਜਿਨ੍ਹਾਂ ਨੇ ਸ਼ਾਟਸ ਲਗਵਾਏ ਸੀਗੇ ਕੁਝ ਫਾਰਮੇਸੀਜ਼ ਦੇ ਉੱਪਰ ਔਰ ਡਾਕਟਰਸ ਆਫਿਸਿਸ ਦੇ ਉੱਪਰ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾਏਗਾ ਸੈਕਿੰਡ ਡੋਜ਼ ਵਾਸਤੇ। ਹਾਲਾਂਕਿ ਜਿਹੜੀ ਰਿਕਮੈਂਡੇਸ਼ਨ ਹੈਗੀ ਹੈ 2 ਸ਼ਾਟਸ ਦੇ ਵਿੱਚੋਂ 12 ਹਫ਼ਤੇ ਦੀ ਹੈਗੀ ਹੈ ਘੱਟੋ ਘੱਟ, ਜਦ ਕਿ ਹਜੇ ਸਿਰਫ 10 ਹਫ਼ਤੇ ਹੋਏ ਨੇ ਤੇ ਇਹ ਜਿਹੜੀਆਂ ਹੈ ਇੰਜੈਕਸ਼ਨ ਲਗਾਉਣ ਵਾਸਤੇ ਕਿਹਾ ਜਾ ਰਿਹਾ ਹੈ। 45,000 ਡੋਜ਼ਸ ਜਿਹੜੀਆਂ ਐਕਸਪਾਇਰ ਹੋ ਜਾਣੀਆਂ ਇੱਕ ਹਫ਼ਤੇ ਦੇ ਅੰਦਰ ਅੰਦਰ। ਇਸ ਕਰਕੇ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੂੰ ਫਟਾਫਟ ਜਿਹੜੇ ਸ਼ਾਟਸ ਲਗਾ ਦਿੱਤੇ ਜਾਣ। ਹੋਰ 10,000 ਡੋਜ਼ਸ ਐਸਟਰਾਜ਼ੈਨੇਕਾ ਦੀਆਂ ਉਹ ਅਗਲੇ ਮਹੀਨੇ ਐਕਸਪਾਇਰ ਹੋ ਜਾਣੀਆਂ ਹੈ। ਔਰ ਪ੍ਰੋਵਿੰਸ ਦੇ ਕੋਲ ਇਸ ਵੇਲੇ 3 ਲੱਖ ਡੋਜ਼ਸ ਜਿਹੜੀਆਂ ਸਟਾਕ ਦੇ ਵਿੱਚ ਐਸਟਰਾਜ਼ੈਨੇਕਾ ਦੀਆਂ ਪਈਆਂ ਹੋਈਆਂ। ਡਾਕਟਰ ਡੇਵਿਡ ਵਿਲੀਅਮਸ ਜਿਹੜੇ ਕਿ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇ ਇੰਟਰਵਲ ਅਸੀਂ ਘੱਟ ਰੱਖਦੇ ਹਾਂ 12 ਹਫ਼ਤੇ ਦੀ ਬਜਾਏ 10 ਹਫ਼ਤਿਆਂ ਦੇ ਵਿੱਚ ਜਿਹੜਾ ਦੂਸਰੀ ਡੋਜ਼ ਲਗਾ ਰਹੇ ਹਾਂ ਤਾਂ ਉਸ ਦੇ ਨਾਲ ਕੋਵਿਡ-19 ਦੇ ਅਗੇਂਸਟ ਜ਼ਿਆਦਾ ਵਧੀਆ ਜ਼ਿਆਦਾ ਸਟਰੋਂਗ ਜਿਹੜੀ ਹੈ ਪ੍ਰੋਟੈਕਸ਼ਨ ਮਿਲ ਸਕਦੀ ਹੈ। ਔਰ ਪ੍ਰੋਵਿੰਸ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲੀ ਡੋਜ਼ ਐਸਟਰਾਜ਼ੈਨੇਕਾ ਦੀ 19 ਮਾਰਚ ਤੋਂ ਬਾਅਦ 'ਚ ਮਿਲੀ ਹੈ ਉਹ ਆਪਣੀ ਸੈਕਿੰਡ ਡੋਜ਼ ਜਿਹੜੀ ਹੈ ਬੜੀ ਜਲਦੀ ਬੁੱਕ ਕਰਾ ਸਕਦੇ ਨੇ। ਪਰ ਇਸ ਦੀ ਡਿਟੇਲਸ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾਣਗੀਆਂ। ਐਸਟਰਾਜ਼ੈਨੇਕਾ ਕਰਕੇ ਕੁਝ ਰੇਅਰ ਔਰ ਪੋਟੈਂਸ਼ੀਅਲੀ ਜਿਹੜੇ ਫੈਟਲ ਬਲੱਡ ਕਲੌਟਸ ਹੋਇਆ ਹੈ, ਜਿਸ ਕਰਕੇ ਕਾਫੀ ਪ੍ਰੋਵਿੰਸਿਸ ਨੇ ਇਸ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ ਜਦੋਂ ਤੱਕ ਕਿ ਰਿਸਰਚ ਜਿਹੜੀ ਹੈ ਪੂਰੀ ਕੰਪਲੀਟ ਨਹੀਂ ਹੋ ਜਾਂਦੀ। ਰਿਸਰਚ ਦੀ ਜਿਹੜੀ ਹੈ ਇੰਤਜ਼ਾਰ ਕੀਤੀ ਜਾ ਰਹੀ ਹੈ ਔਰ ਆਉਣ ਵਾਲੇ 2 ਦਿਨਾਂ ਦੇ ਵਿੱਚ ਰਿਲੀਜ਼ ਕੀਤਾ ਜਾਏਗਾ ਜਿਹੜਾ ਡੇਟਾ ਕਿ ਜਿਹੜੇ ਨੰਬਰਸ ਹੈਗੇ ਆ ਉਹ ਜਿਹੜੇ ਨਹੀਂ ਸੀ ਆਏ ਪਿਛਲੇ 2 ਦਿਨਾਂ ਦੇ ਵਿੱਚ। ਔਰ
ਹੋਰ ਵੀ ਬਹੁਤ ਸਾਰੀ ਡੋਜ਼ਸ ਜਿਹੜੀਆਂ ਹਨ ਓਨਟਾਰੀਓ ਦੇ ਵਿੱਚ ਆਉਣ ਵਾਲੀਆਂ ਨੇ। ਕੈਨੇਡਾ ਦੇ ਵਿੱਚ ਤਕਰੀਬਨ 6 ਲੱਖ ਡੋਜ਼ਸ ਫਾਈਜ਼ਰ ਦੀਆਂ ਇਸ ਹਫਤੇ ਆਉਣ ਵਾਲੀਆਂ ਨੇ ਔਰ ਜਿਹੜੀਆਂ ਡਿਲੀਵਰੀਜ਼ ਨੇ ਉਹਨਾਂ ਨੂੰ ਰੈਂਪ ਅਪ ਕੀਤਾ ਜਾ ਰਿਹਾ ਹੈ। ਪਰ ਇਹ ਜਿਹੜੀਆਂ 3 ਲੱਖ ਡੋਜ਼ਸ ਐਸਟਰਾਜ਼ੇਨੇਕਾ ਦੇ ਪਈਆਂ ਔਰ ਖਾਸ ਕਰਕੇ ਜਿਹੜੀਆਂ ਕੁਝ ਡੋਜ਼ਸ ਅਸੀਂ ਤੁਹਾਨੂੰ ਦੱਸਿਆ ਹੈ ਕਿ 45000 ਡੋਜ਼ਸ ਜਿਹੜੀਆਂ ਹਫਤੇ ਦੇ ਅੰਦਰ ਅੰਦਰ ਐਕਸਪਾਇਰ ਹੋਣ ਵਾਲੀਆਂ ਹੈ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਤੁਸੀਂ ਜਿਹੜੀ ਹੈ ਵੈਕਸੀਨ ਲਗਵਾ ਸਕਦੇ ਹੋ। ਪ੍ਰੋਪਰਟੀਜ਼ ਦੀਆਂ ਦਿਨੋ ਦਿਨ ਵਧ ਰਹੀਆਂ ਕੀਮਤਾਂ ਦੇ ਇਸ ਸਮੇਂ ਦੌਰਾਨ ਮਾਰਗੇਜ ਲੈਣਾ ਸਭ ਤੋਂ ਮੁਸ਼ਕਿਲ ਕੰਮ ਹੈ ਤੇ ਉਹ ਵੀ ਵਧੀਆ ਇੰਟਰਸਟ ਰੇਟ ਤੇ। ਮਾਰਗੇਜ ਸੈਂਟਰ ਨਾਲ ਕੰਮ ਕਰਦੇ ਤਜਰਬੇਕਾਰ ਮਾਰਗੇਜ ਏਜੰਟ ਭੁਪਿੰਦਰ ਗਰੇਵਾਲ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰ ਸਕਦੇ ਹਨ। ਇਨਵੈਸਟਮੈਂਟ ਪ੍ਰੋਪਰਟੀਜ਼, special rates for first time home buyers, mortgage with only 5 to 10% down payment, refinances. Call Pupinder at 647-866-9905. मैं अभय माथुर। नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪ੍ਰਦੇਸ਼ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਟ੍ਰੀਟ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਫਿਲਮ ਐਕਟਰਸ ਦੀ ਜ਼ਿੰਦਗੀ ਬਹੁਤ ਐਕਸਾਈਟਿੰਗ ਹੁੰਦੀ ਹੈ। ਅੱਜ ਕੈਨੇਡਾ, ਕੱਲ ਬੰਬੇ ਤੇ ਪਰਸੋਂ ਪੰਜਾਬ। ਇਸ ਭੱਜ ਦੌੜ ਦੇ ਵਿੱਚ ਆਪਣੇ ਫੈਨਸ ਨੂੰ ਮਿਲਣਾ, ਫੈਮਿਲੀ ਲਈ ਟਾਈਮ ਕੱਢਣਾ ਤੇ ਫਿਰ ਆਪਣੇ ਸਾਰੇ ਪੇਪਰਵਰਕ ਨੂੰ ਅਪ ਟੂ ਡੇਟ ਰੱਖਣਾ ਕਈ ਵਾਰ ਔਖਾ ਹੋ ਜਾਂਦਾ ਹੈ। ਪਰ ਸ਼ੁਕਰ ਹੈ ਮੇਰੇ ਨਾਲ ਨੇ ਜਗਮੋਹਨ ਨੰਦਾ ਜੀ ਤੇ ਉਹਨਾਂ ਦੀ ਟੀਮ, ਨੰਦਾ ਐਂਡ ਐਸੋਸੀਏਟ ਲਾਇਰਸ, ਮੇਰੇ ਸਾਰੇ ਲੀਗਲ ਕੰਮਾਂ ਲਈ ਤੁਹਾਡੇ ਨਾਲ ਹਮੇਸ਼ਾ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ। At Atlantic Immigration, we have over 15 years of experience assisting clients with their immigration matters. ਭਾਵੇਂ ਵਰਕ ਪਰਮਿਟ, ਸਟੱਡੀ ਪਰਮਿਟ, ਸਪਾਊਸ ਸਪਾਂਸਰਸ਼ਿਪ, ਇਨਵੈਸਟਰ ਕਲਾਸ ਜਾਂ ਰਿਫਿਊਜੀ ਕਲੇਮ, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर ਫ੍ਰੀ ਕੰਸਲਟੇਸ਼ਨ at 905362। ਨਾਲ ਇਸ ਵੇਲੇ ਲਾਈਨ ਤੇ ਜੁੜ ਚੁੱਕੇ ਨੇ ਜਮਸ਼ੇਦ ਗੁਲ ਹੋਰੀ। ਹੋਮੋਪੈਥੀ ਦੀ ਬੜੀਆਂ ਬਿਹਤਰੀਨ ਸੇਵਾਵਾਂ ਬਹੁਤ ਦੇਰ ਤੋਂ ਦੇ ਰਹੇ ਨੇ, ਉਸ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਆ ਰਹੇ ਨੇ। ਜਮਸ਼ੇਦ ਜੀ, ਤੁਹਾਡਾ ਵੈਲਕਮ ਕਰਦੇ ਹਾਂ ਪ੍ਰਵਾਸੀ ਪਲੱਸ ਦੇ ਵਿੱਚ। ਜੀ ਥੈਂਕ ਯੂ ਵੈਰੀ ਮਚ ਮੈਡਮ ਫॉर ਟੇਕਿੰਗ ਮੀ ਔਨ ਦ ਕਾਲ। ਤੇ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਅਸੀਂ ਗੱਲਬਾਤ ਕਰਨੀ ਹੈ ਪੇਨਸ ਤੇ, ਪੇਨਸ ਔਰ ਏਕਸ ਤੇ। जी ਤੁਹਾਡੀ ਆਵਾਜ਼ ਬਹੁਤ ਘੱਟ ਗਈ ਹੈ। ਅੱਛਾ, ਪੇਨ ਮੇਰੀ ਠੀਕ ਆ ਰਹੀ ਆਵਾਜ਼ ਤੁਹਾਨੂੰ? हाँ जी, ਸਾਨੂੰ ਤੁਹਾਡੀ ਆਵਾਜ਼ ਠੀਕ ਆ ਰਹੀ ਹੈ ਜੀ। ਅੱਛਾ ਜੀ, हाँ जी। ਮੈਂ ਪਿਛਲਾ ਪ੍ਰੋਗਰਾਮ ਵਿੱਚ ਕੀਤਾ ਸੀ ਪੇਨਸ ਤੇ ਅਸੀਂ ਪੇਨ ਨੂੰ ਸਮਝਦੇ ਹਾਂ ਕਿ ਕੋਈ ਬਿਮਾਰੀ ਨਹੀਂ ਹੈ, ਹਾਲਾਂਕਿ ਇਹ ਪੇਨ ਜਿਹੜੀ ਹੈ ਅੰਦਰ ਦੀਆਂ ਬਿਮਾਰੀਆਂ ਦਾ ਇੱਕ ਨਿਸ਼ਾਨੀ ਹੁੰਦੀ ਹੈ, ਯਾਨੀ ਸਿੰਪਟਮ ਹੁੰਦੀ ਹੈ ਕਿ ਸਾਡੇ ਅੰਦਰ ਕੀ ਹੋ ਰਿਹਾ ਜੀ। ਇਹ 4 ਕਿਸਮਾਂ ਦੀਆਂ ਦਰਦਾਂ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਤੇ ਹੁੰਦੀ ਹੈ ਟਿਸ਼ੂ ਡੈਮੇਜ ਦੇ ਨਾਲ, ਉਹਨੂੰ ਅਸੀਂ ਕਹਿੰਦੇ ਹਾਂ ਨੋਸਿਸੈਪਟਿਵ ਪੇਨ। ਦੂਸਰੀ ਹੁੰਦੀ ਹੈ ਜੀ ਨਰਵ ਡੈਮੇਜ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਨਿਊਰੋਪੈਥਿਕ ਪੇਨ ਜੀ। ਤੇ ਤੀਸਰੀ ਹੁੰਦੀ ਹੈ ਜਨਾਬ ਆਪਣੀ ਜਿਹੜੀ ਹੈ ਨਾ ਇਨਫਲੇਮੇਸ਼ਨ, ਕਿ ਸਾਡੇ ਇਮਿਊਨ ਸਿਸਟਮ ਦੇ ਵਿੱਚ ਕੋਈ ਖਰਾਬੀ ਹੋ ਗਈ ਹੈ
ਤੇ ਉਹਦੇ ਵਜ੍ਹਾ ਸਾਡੇ ਜਿਸਮ ਵਿੱਚ ਇਨਫਲੇਮੇਸ਼ਨ ਹੋ ਗਈ ਹੈ ਤੇ ਪੇਨ ਹੁੰਦੀ ਹੈ। ਤੇ ਚੌਥੀ ਹੁੰਦੀ ਹੈ ਜਨਾਬ ਆਪਣੀ ਟਰਾਮਾ, ਕੋਈ ਚੋਟ ਲੱਗ ਗਈ ਸਾਨੂੰ, ਉਹਦੇ ਨਾਲ ਜੜ੍ਹਾਂ ਨੂੰ ਦਰਦ ਹੁੰਦੀ ਹੈ। ਤੇ ਅਸੀਂ ਇਹਨਾਂ ਸਾਰੀਆਂ ਦਰਦਾਂ ਨੂੰ ਕੋਸ਼ਿਸ਼ ਇਹੀ ਕਰਨੇ ਕਿ ਇਗਨੋਰ ਕਰ ਦਈਏ, ਜਿਹੜਾ ਕਿ ਸਹੀ ਨਹੀਂ ਹੈ ਜੀ। ਇਹ ਦਰਦਾਂ ਜਿਹੜੀਆਂ ਨੇ ਕਿਸੇ ਵੀ ਫਿਊਚਰ ਦੇ ਜਿਹੜੇ ਨੇ ਖਤਰਨਾਕ ਬਿਮਾਰੀ ਦਾ ਪੇਸ਼ਖਾਮਾ ਹੋ ਸਕਦੇ ਨੇ। ਲਿਹਾਜ਼ਾ ਸਾਨੂੰ ਫੌਰੀ ਤੌਰ ਤੇ ਇਹਦਾ ਇਲਾਜ ਕਰਨਾ ਚਾਹੀਦਾ, ਫੌਰੀ ਤੌਰ ਤੇ ਕਿਸੇ ਐਕਸਪਰਟ ਦਾ, ਨੋ ਮੈਟਰ ਕੋਈ ਵੀ ਡਾਕਟਰ ਹੋਵੇ ਉਹਦੇ ਨਾਲ ਕਰਨਾ ਚਾਹੀਦਾ। ਲੇਕਿਨ ਅਸੀਂ ਕਹਿੰਦੇ ਕਿ ਹੋਮਿਓਪੈਥਿਕ ਵਰਲਡ ਵਾਈਡ ਸੇਫੈਸਟ ਮੈਥਡ ਆਫ ਟ੍ਰੀਟਮੈਂਟ ਹੈ। ਇਸ ਵਾਰ WHO ਨੇ ਵੀ ਕਿਹਾ ਕਿ ਵਾਈਡਲੀ ਐਕਸੈਪਟਡ ਮੈਥਡ ਆਫ ਟ੍ਰੀਟਮੈਂਟ ਜਿਹੜਾ ਹੋਮਿਓਪੈਥਿਕ ਹੈ, ਕਿ ਦੁਨੀਆ ਵਿੱਚ ਤੇਜ਼ੀ ਨਾਲ ਜਿਹੜਾ ਐਕਸੈਪਟ ਕੀਤਾ ਜਾਂਦਾ ਹੈ ਇਸ ਲਈ ਮੈਥਡ ਆਫ ਟ੍ਰੀਟਮੈਂਟ ਦੈਟ ਇਜ਼ ਹੋਮਿਓਪੈਥਿਕ। ਤੇ WHO ਨੂੰ ਹਰ ਬੰਦਾ ਮੰਨਦਾ। ਅਸੀਂ ਇਸ ਵਾਸਤੇ ਕਹਿੰਦੇ ਹਾਂ। ਔਰ ਫਿਰ ਦੂਸਰਾ ਗੱਲ ਹੈ ਕਿ ਅਗਰ ਡਾਕਟਰ ਨੂੰ ਪਤਾ ਹੋਵੇ ਜਿਸਮ ਦੇ ਬਾਰੇ ਜੀ, ਔਰ ਉਹ ਬਾਇਓਲੋਜੀ ਹੋਵੇ, ਬਾਇਓਲੋਜਿਸਟ ਹੋਵੇ, PhD ਹੋਵੇ ਬਾਇਓਲੋਜੀ ਚ ਲਾਈਕ ਮੀ, ਤੇ ਫਿਰ ਕਿਆ ਹੀ ਕਹਿੰਦੇ। ਤੇ ਅਸੀਂ ਜਿਹੜਾ ਨਾ ਉਹ ਬਿਮਾਰੀ ਦੀ ਤਹਿ ਤੱਕ ਪਹੁੰਚ ਕੇ ਉਸ ਬਿਮਾਰੀ ਨੂੰ ਜਿਹੜਾ ਨਾ ਦੇਖਦੇ ਆ ਤੇ ਫਿਰ ਉਹਦਾ ਟ੍ਰੀਟਮੈਂਟ ਕਰਨਾ ਹੈ। ਔਰ ਆਊਟ ਆਫ 100 99% ਬੰਦੇ ਜਿਹੜੇ ਨੇ ਉਹ ਸਰਟੀਫਾਈ ਹੁੰਦੇ ਨੇ, ਉਹ ਠੀਕ ਹੋ ਜਾਂਦੇ ਨੇ। ਕਿਉਂਕਿ ਇਹ ਹੋਮਿਓਪੈਥਿਕ ਦਾ ਅਸੂਲ ਹੈ ਕਿ ਬਿਮਾਰੀ ਨੂੰ ਜੜ ਤੋਂ ਖਤਮ ਕਰੋ, ਉਹਨੂੰ ਬਿਲਕੁਲ ਖਤਮ ਕਰ ਦਿਓ, ਉਹਨੂੰ ਸਤਹੀ ਤੌਰ ਤੇ ਟ੍ਰੀਟਮੈਂਟ ਨਾ ਕਰੋ। ਇਸ ਵਾਸਤੇ ਮੈਂ ਇਹ ਚਾਹੁੰਦਾ। ਅੱਛਾ, ਇੱਕ ਹੋਰ ਗੱਲ ਅਸੀਂ ਮੈਂ ਐਡ ਕਰਨਾ ਚਾਹੁੰਦਾ ਕਿ ਦੋ ਕਿਸਮਾਂ ਦੀਆਂ ਦਰਦਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਸਬਜੈਕਟਿਵ ਤੇ ਇੱਕ ਹੁੰਦੀਆਂ ਆਬਜੈਕਟਿਵ। ਸਬਜੈਕਟਿਵ ਦਰਦਾਂ ਇਹ ਹੁੰਦੀਆਂ ਜਿਹੜਾ ਕਿ ਸਿਰਫ ਮਰੀਜ਼ ਨੂੰ ਪਤਾ ਲੱਗਦਾ ਕਿ ਮੈਨੂੰ ਦਰਦ ਹੋ ਰਹੀ ਹੈ, ਸਾਨੂੰ ਨਜ਼ਰ ਦੂਸਰੇ ਬੰਦੇ ਨੂੰ ਨਜ਼ਰ ਨਹੀਂ ਆਏਗਾ। ਪੇਸ਼ੈਂਟ ਕੈਨ ਫੀਲ ਓਨਲੀ ਕਿ ਆਈ ਐਮ ਫੀਲਿੰਗ ਦ ਪੇਨ। ਔਰ ਦੂਸਰੀ ਹੁੰਦੀ ਹੈ ਆਬਜੈਕਟਿਵ, ਜਿਸ ਤਰ੍ਹਾਂ ਕਿ ਬੈਕ ਹੋ ਗਈ, ਸਾਨੂੰ ਵੀ ਪਤਾ ਲੱਗਦਾ ਪਿਆ ਕਿ ਬੈਕ ਹੋ, ਲੇਕਿਨ ਉਹ ਪੇਸ਼ੈਂਟ ਕਹਿੰਦਾ ਹੈ ਮੈਨੂੰ ਤੇ ਕਮਰ ਸ਼ਦੀਦ ਦਰਦ ਹੋ ਰਹੀ ਜੀ, ਉਹਨੂੰ ਪਤਾ ਲੱਗਦਾ। ਤੇ ਦੂਸਰੀ ਦਰਦ ਹੁੰਦੀ ਹੈ ਕਿ ਜਿਸ ਤਰ੍ਹਾਂ ਰੈਸ਼ਿਸ ਹੋ ਗਏ ਜਾਂ ਕੁਝ ਹੋਰ ਹੋ ਗਿਆ, ਨਜ਼ਰ ਆ ਰਿਹਾ ਸਾਨੂੰ ਕਿ ਇਹਨੂੰ ਕੁਝ ਹੋ ਰਿਹਾ, ਇਨਫਲੇਮੇਸ਼ਨ ਹੋ ਗਈ, ਸਾਨੂੰ ਨਜ਼ਰ ਸੋਚ ਪੈ ਗਈ ਤੇ ਇਹ ਦਰਦ ਹੋ ਰਹੀ ਹੈ। ਤੇ ਹੁਣ ਕਿਡਨੀ ਦੀ ਦਰਦ ਹੋ ਗਈ ਤੇ ਕਿਡਨੀ ਦੀ ਦਰਦ ਸਾਨੂੰ ਨਜ਼ਰ ਨਹੀਂ ਆਏਗਾ ਮਰਲੇ, ਲੇਕਿਨ ਮਰੀਜ਼ ਕਹੇ ਮੈਂ ਤਾਂ ਮਰੀ ਜਾ ਰਿਹਾ ਦਰਦ ਨਾਲ। ਇਸੇ ਤਰ੍ਹਾਂ ਇਹ ਬੜੀ ਕੰਪਲਿਕੇਟਡ ਚੀਜ਼ ਹੁੰਦੀ ਹੈ, ਲੇਕਿਨ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਸ ਵਾਸਤੇ ਮੇਰਾ ਇਹ ਕਹਿਣਾ ਹੈ, ਬਲਕਿ ਮੇਰੀ ਇਹ ਤੁਸੀਂ ਕਹੋ ਕਿ ਬੇਨਤੀ ਹੈ ਕਿ ਇਹਨੂੰ ਇਗਨੋਰ ਨਾ ਕਰੋ, ਰਾਬਤਾ ਕਰੋ ਕਿਸੇ ਵੀ ਤਰੀਕੇ ਨਾਲ, ਜਿਹੜਾ ਨਾ ਇਹਨੂੰ ਠੀਕ ਹੋਣਾ ਚਾਹੀਦਾ। ਔਰ ਅਗਰ ਇਹ ਬਹੁਤ ਪੁਰਾਣੀ ਹੋ ਗਈ ਤੇ ਫਿਰ ਹੋ ਜਾਏਗੀ ਕ੍ਰੋਨਿਕ, ਉਹਦਾ ਇਲਾਜ ਮੁਸ਼ਕਿਲ ਹੋ ਜਾਏਗਾ। ਠੀਕ ਹੈ ਜੀ। ਤੇ ਜੇ ਇਹ ਅਕਿਊਟ ਪੇਨ ਹੋਈ ਤੇ ਫਿਰ ਇਹਨੂੰ ਜਲਦੀ ਠੀਕ ਕੀਤਾ ਜਾ ਸਕਦਾ ਜੀ। ਬਿਲਕੁਲ, ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦਿਓ ਜੀ। ਜੀ, ਮੇਰਾ ਫੋਨ ਨੰਬਰ ਹੈ ਜੀ 437 225 1974। ਜੀ ਹਾਂ, ਬਿਲਕੁਲ ਇਹਦਾ ਜਿਹੜਾ ਜੀ 437 225 1974 ਜੀ ਹਾਂ ਜੀ। ਥੈਂਕ ਯੂ ਸੋ ਮਚ। ਔਰ ਬਿਲਕੁਲ ਇਹਦੇ ਕੋਈ ਸਾਈਡ ਇਫੈਕਟਸ ਵੀ ਨਹੀਂ ਹੈ ਔਰ ਬੜਾ ਵਧੀਆ ਇਸ ਨਾਲ ਇਲਾਜ ਕੀਤਾ ਜਾ ਸਕਦਾ ਹੈ। ਥੈਂਕ ਯੂ ਸੋ ਮਚ ਜੀ। ਫੋਨ ਨੰਬਰ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਦੇ ਦਈਏ 437 225 1974। और दो कमर्शियल तो बाद से वापस आ रहे हैं। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां, आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। ਨਿਊ ਸਮਾਈਲ ਡੈਂਚਰ ਕਲੀਨਿਕ। ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500।
ਟ੍ਰੈਫਿਕ ਟਿਕਟਾਂ, ਸਪੀਡਿੰਗ ਦੀ ਟਿਕਟ, ਸਟੰਟ ਡਰਾਈਵਿੰਗ, ਕੇਅਰਲੈਸ ਡਰਾਈਵਿੰਗ, ਸਸਪੈਂਡਡ ਲਾਇਸੈਂਸ ਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਕੈਮਰੇ ਦੀ ਟਿਕਟ ਹੋਵੇ। ਪੁਆਇੰਟ ਸੇਵਰ ਦੇ ਕਾਨੂੰਨੀ ਐਕਸਪਰਟ ਅਫੋਰਡੇਬਲ ਆਪਸ਼ਨਾਂ ਨਾਲ ਤੁਹਾਡੇ ਜੁਰਮਾਨੇ ਘੱਟ ਜਾਂ ਫਿਰ ਮਾਫ ਕਰਵਾ ਸਕਦੇ ਹਨ। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500 ਹਜ਼ਾਰ ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ। ਪੂਰੇ ਸਾਲ ਭਰ ਦਾ ਹਾਈਵੇ 407 ਦਾ ਜਿਹੜਾ ਟਰੈਵਲ ਫ੍ਰੀ ਮਿਲ ਰਿਹਾ ਹੈ ਇਹਨਾਂ ਪੇਰੈਂਟਸ ਨੂੰ, ਕਿਉਂਕਿ ਇਹਨਾਂ ਦਾ ਤੀਸਰਾ ਬੱਚਾ ਹੋਇਆ ਹੈ ਹਾਈਵੇ ਦੀ ਸਾਈਡ ਦੇ ਉੱਪਰ। ਔਰ ਇਹ ਸਿਰਫ 10 ਮਿੰਟ ਦੀ ਦੂਰੀ ਦੇ ਉੱਪਰ ਸੀਗੇ ਹਾਈਵੇ 407 ਦੇ ਉੱਪਰ ਪਿਕਰਿੰਗ ਦੇ ਵਿੱਚ ਜਦੋਂ ਜਾ ਰਹੇ ਸੀਗੇ ਹਸਪੀਟਲ। 10 ਮਿੰਟ ਦਾ ਦੂਰੀ ਸੀਗੀ ਹਸਪੀਟਲ ਤੋਂ, ਜਦੋਂ ਇਹਨਾਂ ਨੂੰ ਇੱਕਦਮ ਲੱਗਿਆ ਕਿ ਬੱਚਾ ਹੁਣੀ ਹੋਣ ਵਾਲਾ ਹੈ ਔਰ ਮਿਡਵਾਈਫ ਨਾਲ ਕਾਲ ਕਰਕੇ 911 ਨੂੰ ਕਾਲ ਕਰਕੇ ਇਹਨਾਂ ਨੇ ਬੱਚਾ ਉੱਥੇ ਡਿਲੀਵਰ ਕੀਤਾ। ਤੀਸਰਾ ਬੱਚਾ ਇਸ ਕਪਲ ਦਾ, ਔਰ ਪੂਰੇ ਸਾਲ ਦੀ ਜਿਹੜਾ ਹੈ ਇਹਨਾਂ ਨੂੰ 407 ਦਾ ਜਿਹੜਾ ਹੈ ਫ੍ਰੀ ਟਰੈਵਲ ਹੁਣ ਮਿਲ ਗਿਆ ਹੈ। ਔਰ ਇਸ ਤੋਂ ਇਲਾਵਾ ਇੱਕ ਹੋਰ ਬੜੀ ਮਜ਼ੇਦਾਰ ਖਬਰ ਤੁਹਾਡੇ ਨਾਲ ਸਾਂਝੀ ਕਰੀਏ ਕਿ ਤੁਸੀਂ ਇੱਕ ਬੜਾ ਰੇਅਰ ਫਲਾਰ ਮੂਨ ਜਿਹੜਾ ਹੈ ਕੱਲ ਦੇਖ ਸਕੋਗੇ ਜੇ ਟਾਈਮ ਸਹੀ ਹੋਏਗਾ। ਤੇ ਇਹ ਜਿਹੜਾ ਹੈ 2021 ਦਾ ਸਭ ਤੋਂ ਵੱਡਾ ਜਿਹੜਾ ਫੁੱਲ ਮੂਨ ਹੋਏਗਾ। ਇਸ ਨੂੰ ਫਲਾਰ ਮੂਨ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਸਪ੍ਰਿੰਗ ਦੀ ਸ਼ੁਰੂਆਤ ਹੈ। ਸੁਪਰ ਮੂਨ ਵੀ ਇਸ ਨੂੰ ਕਿਹਾ ਜਾਂਦਾ ਹੈ। 14 ਮਿੰਟ 30 ਸੈਕਿੰਡਸ ਤੱਕ ਤੁਸੀਂ ਇਸ ਮੂਨ ਨੂੰ ਦੇਖ ਸਕੋਗੇ। ਔਰ ਅੱਜ ਜਨਮ ਦਿਨ ਹੈਗਾ ਹੈ ਕਰਨ ਜੌਹਰ ਦਾ। ਇਹ ਪੈਦਾ ਹੋਏ ਸੀਗੇ ਅੱਜ ਦੇ ਦਿਨ 1972 ਦੇ ਵਿੱਚ। ਸਕਰੀਨ ਰਾਈਟਰ, ਫਿਲਮ ਪ੍ਰੋਡਿਊਸਰ, ਡਾਇਰੈਕਟਰ ਔਰ ਬਹੁਤ ਸਾਰੀ ਫਿਲਮਾਂ ਇਹਨਾਂ ਨੇ ਕੀਤੀਆਂ ਔਰ ਪਦਮ ਸ਼੍ਰੀ ਵੀ ਇਹਨਾਂ ਨੂੰ ਮਿਲਿਆ 2020 ਦੇ ਵਿੱਚ। ਕੁਝ ਹੋਤਾ ਹੈ, ਕभी खुशी कभी गम, कल हो ना हो, कभी अलविदा ना कहना, वेक अप सिड, बॉम्बे टॉकीज, 2 स्टेट्स, कई ਇਹਨਾਂ ਨੇ ਫਿਲਮਾਂ ਕੀਤੀਆਂ। ਇੱਕ ਫਿਲਮ ਦਾ ਅਸੀਂ ਗੀਤ ਤੁਹਾਨੂੰ ਸੁਣਾਉਂਦੇ ਜਾ ਰਹੇ ਹਾਂ। ਤੁਹਾਡੇ ਤੋਂ ਲੈਣੇ ਇਜਾਜ਼ਤ। ਕੱਲ ਫਿਰ 1 ਵਜੇ ਮੁਲਾਕਾਤ ਕਰਾਂਗੇ। ਧੰਨਵਾਦ, ਨਮਸਕਾਰ, ਸਤਿ ਸ਼੍ਰੀ ਅਕਾਲ।